ਸਤਿ ਸ਼੍ਰੀ ਅਕਾਲ ਜੀ। ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖ-ਵੱਖ ਮਾਮਲਿਆਂ ਤੇ, ਜਿਸ ਦੇ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਖਾਸ ਕਰਕੇ ਆਪਾਂ ਗੱਲਬਾਤ ਕਰਦੇ ਹਾਂ ਔਰਤਾਂ ਦੇ ਮੁੱਦਿਆਂ ਤੇ, ਕਿਉਂਕਿ ਔਰਤਾਂ ਬਾਰੇ ਗੱਲਬਾਤ ਕਰਨੀ ਬਣਦੀ ਹੈ। ਸਮਾਜ ਦੇ ਵਿੱਚ ਔਰਤਾਂ ਦੀ ਕੀ ਥਾਂ ਹੈ, ਰਾਜਨੀਤਿਕ ਮਾਮਲਿਆਂ ਦੇ ਵਿੱਚ, ਧਾਰਮਿਕ ਮਾਮਲਿਆਂ ਦੇ ਵਿੱਚ, ਜਾਂ ਲੋਕ ਉਹਨਾਂ ਬਾਰੇ ਕੀ ਸੋਚਦੇ ਹੈ, ਫਿਰ ਔਰਤ ਆਪਣੇ ਬਾਰੇ ਕੀ ਸੋਚਦੀ ਹੈ। ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਔਰਤ ਹੀ ਜ਼ਿਆਦਾ ਕਰ ਰਹੇ ਹਾਂ, ਪਰ ਔਰਤ ਬਾਰੇ ਗੱਲ ਕਰਨੀ ਬਣਦੀ ਹੈ ਕਿਉਂਕਿ ਮੈਂ ਵੀ ਇੱਕ ਔਰਤ ਹਾਂ। ਮੈਨੂੰ ਸੁਣਨ ਵਾਲੀਆਂ ਵੀ ਬਹੁਤ ਸਾਰੀਆਂ ਔਰਤਾਂ ਹੋਣਗੀਆਂ ਜੋ ਟੈਲੀਵਿਜ਼ਨ ਦੇ ਜ਼ਰੀਏ, ਮੋਬਾਈਲ ਐਪਸ ਦੇ ਜ਼ਰੀਏ, ਫੇਸਬੁੱਕ ਜਾਂ ਯੂਟਿਊਬ ਦੇ ਜ਼ਰੀਏ ਮੈਨੂੰ ਵੇਖ ਰਹੀਆਂ ਹੋਣਗੀਆਂ, ਮੈਨੂੰ ਸੁਣ ਰਹੀਆਂ ਹੋਣਗੀਆਂ। ਅੱਜ ਵਿਸ਼ੇਸ਼ ਦਿਹਾੜਾ ਹੈ ਜੋ ਕਿ ਮਾਂ ਨੂੰ ਸਮਰਪਿਤ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਅੱਜ 8 ਮਈ ਮਦਰਸ ਡੇ ਹੈ। ਤਾਂ ਸਾਰੀਆਂ ਹੀ ਉਹਨਾਂ ਮਾਵਾਂ ਨੂੰ ਸਲਾਮ ਹੈ ਜੋ ਮਾਵਾਂ ਸਵੇਰ ਤੋਂ ਉੱਠਦੀਆਂ ਨੇ, ਅੰਤ ਤੱਕ ਮਿਹਨਤ ਕਰਦੀਆਂ ਨੇ। ਜਦੋਂ ਸਾਰਾ ਟੱਬਰ ਸੌਂ ਜਾਂਦਾ, ਫਿਰ ਅਖੀਰ ਦੇ ਵਿੱਚ ਜਾ ਕੇ ਸੌਂਦੀਆਂ ਨੇ। ਮਾਂ ਜਿਸ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਤਾਂ ਕੋਈ ਵੀ ਪ੍ਰੋਬਲਮ ਕਿਸੇ ਵੀ ਇਨਸਾਨ ਨੂੰ ਹੁੰਦੀ ਹੈ, ਕੋਈ ਦੁੱਖ ਦੀ ਗੱਲ ਹੁੰਦੀ ਹੈ, ਕੋਈ ਸੁੱਖ ਦੀ ਗੱਲ ਹੁੰਦੀ ਹੈ, ਤਾਂ ਭਾਵੇਂ ਬੱਚਾ ਹੋਵੇ, ਭਾਵੇਂ ਜਵਾਨ ਹੋਵੇ, ਭਾਵੇਂ ਬੰਦਾ ਅਧਖੜ ਉਮਰ ਦੇ ਵਿੱਚ ਹੋਵੇ, ਜਿਹਦੀ ਹਰ ਕਿਸੇ ਦੀ ਮਾਂ ਹੈ, ਤਾਂ ਉਹ ਆਪਣੀ ਮਾਂ ਦੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਸਕੂਨ ਮਹਿਸੂਸ ਕਰਦਾ। ਤਾਂ ਕਹਿੰਦੇ ਨੇ ਕਿ ਜਦੋਂ ਬੱਚਾ ਅੜੀਅਲ ਹੋ ਜਾਂਦਾ, ਜਿੱਦੀ ਹੋ ਜਾਂਦਾ, ਤਾਂ ਵੀ ਮਾਂ ਦੇ ਹੀ ਇਲਜ਼ਾਮ ਲੱਗਦੇ ਨੇ ਕਿ ਮਾਂ ਨੇ ਬਣਾਇਆ, ਕਿਉਂਕਿ ਮਾਂ ਉਹ ਸ਼ਖਸੀਅਤ ਹੁੰਦੀ ਆ ਜਿਸ ਦੇ ਅੱਗੇ ਅਸੀਂ ਜ਼ਿੱਦ ਕਰ ਸਕਦੇ ਹਾਂ, ਜਿਸ ਤੋਂ ਅਸੀਂ ਜ਼ਿੱਦ ਮਨਵਾ ਸਕਦੇ। ਤੇ ਸਾਨੂੰ ਪਤਾ ਹੁੰਦਾ ਵੀ ਸਾਡੀ ਮਾਂ ਭਾਵੇਂ ਸਟਾਰਟਿੰਗ ਦੇ ਵਿੱਚ ਸਾਨੂੰ ਮਨਾ ਕਰ ਦੇਵੇ, ਪਰ ਕਿਵੇਂ ਨਾ ਕਿਵੇਂ ਅਸੀਂ ਆਪਣੀ ਮਾਂ ਨੂੰ ਮਨਾ ਹੀ ਲਵਾਂਗੇ। ਸੋ ਅੱਜ ਅਸੀਂ ਮੇਨ ਗੱਲ ਹੈ, ਜਿਹੜੀ ਮੇਨ ਟੌਪਿਕ ਹੈ ਜਿਹੜਾ, ਉਹ ਮਾਂ 'ਤੇ ਰੱਖਣਾ। ਵੈਸੇ ਤਾਂ ਹਰ ਦਿਨ ਮਾਂ ਦਾ ਹੁੰਦਾ, ਕਿਉਂਕਿ ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਡੀ ਮਾਂ ਉੱਠੀ ਹੁੰਦੀ ਆ। ਸ਼ੁਰੂਆਤ ਤੋਂ ਲੈ ਕੇ ਅਖੀਰ ਦੇ ਤੱਕ ਮਾਂ ਦਾ ਹੀ ਹਰ ਦਿਨ ਹੁੰਦਾ, ਪਰ ਵਧੀਆ ਹੁੰਦਾ ਕਿ ਕੋਈ ਦਿਨ ਸਪੈਸ਼ਲ ਉਹਨਾਂ ਦੇ ਲਈ ਰੱਖਿਆ ਜਾਵੇ, ਅਸੀਂ ਉਹਨਾਂ 'ਤੇ ਖਾਸ ਗੱਲਬਾਤ ਕਰ ਸਕੀਏ। ਸੋ ਅੱਜ ਅਸੀਂ ਮਾਂ ਦੇ ਦਿਹਾੜੇ ਨੂੰ ਹੀ ਸਮਰਪਿਤ ਇਹ ਪ੍ਰੋਗਰਾਮ ਕਰ ਰਹੇ ਹਾਂ। ਕੁਝ ਕੁ ਹੋਰ ਗੱਲਾਂ ਵੀ ਹੋਣਗੀਆਂ, ਉਹ ਆਪਾਂ ਅਖੀਰ ਦੇ ਵਿੱਚ ਕਰਾਂਗੇ, ਪਰ ਪਹਿਲਾਂ ਦੁਨੀਆ ਦੇ ਵਿੱਚ ਵਸਦੀ ਹਰ ਮਾਂ ਨੂੰ ਅੱਜ ਦੇ ਦਿਹਾੜਾ ਬਹੁਤ ਬਹੁਤ ਮੁਬਾਰਕ। ਤੇ ਹੁਣ ਆਪਾਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਡਾਕਟਰ ਹਰਸ਼ਿੰਦਰ ਕੌਰ ਜੀ ਦਾ। ਮੈਮ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੀਆਂ ਵੀ ਮਾਵਾਂ ਤੇ ਮਾਵਾਂ ਦੇ ਕੁੱਖੋਂ ਜੰਮੇ ਨੇ, ਸਭਨਾਂ ਨੂੰ ਅਸੀਂ ਦੁਆਵਾਂ ਦੇ ਨਾਲ ਸ਼ਾਮਲ ਕਰਨਾ ਚਾਹੁੰਦੇ ਹਾਂ ਕਿ ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਤੁਹਾਡੇ ਵਿਹੜੇ ਖੁਸ਼ੀਆਂ ਹੋਣ ਤਾਂ ਕਿ ਹੋਰਨਾਂ ਨਾਲ ਵੀ ਤੁਸੀਂ ਸਾਂਝੀਆਂ ਕਰ ਸਕੋ। ਸੋ ਅੱਜ ਅਸੀਸਾਂ ਹੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਦਿਵਸ ਹੀ ਮਾਂ ਦਾ ਹੈ। ਸੋ ਜ਼ਰੂਰ ਆਪਾਂ ਉਸ ਸੰਬੰਧੀ ਕੁਝ ਅਹਿਮ, ਕੁਝ ਕੌੜੀਆਂ, ਕੁਝ ਮਿੱਠੀਆਂ ਗੱਲਾਂ ਕਰਾਂਗੇ। ਜੀ ਬਿਲਕੁਲ। ਤੇ ਮੈਮ ਮਾਂ ਦੇ ਦਿਹਾੜੇ ਨੂੰ ਸਮਰਪਿਤ ਅੱਜ ਫਿਰ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਮੈਨੂੰ ਲੱਗਦਾ ਅੱਜ ਇੱਕ ਨਹੀਂ ਕਈ ਕਹਾਣੀਆਂ ਸੁਣਾਉਣੀਆਂ ਪੈਣੀਆਂ ਨੇ, ਤੇ ਕਹਾਣੀਆਂ ਸਾਰੀਆਂ ਹੀ ਅਸਲੀ ਨੇ, ਜੀ ਜਿਹੜੀਆਂ ਹਕੀਕਤ ਬਿਆਨ ਕਰਦੀਆਂ ਨੇ। ਸ਼ਾਇਦ ਉਹਦੇ ਤੋਂ ਸਾਨੂੰ ਕੁਝ ਕੁ ਗਿਆਨ ਹੋ ਜਾਏ ਕਿ ਅਸੀਂ ਵਾਕਈ ਸਹੀ ਰਾਹ ਤੁਰ ਰਹੇ ਹਾਂ ਜਾਂ ਕਿਤੇ ਮੁਖੌਟਾ ਇਨਸਾਨੀਅਤ ਦਾ ਚਾੜਿਆ ਹੋਇਆ। ਹੂੰ ਹਰਿਆਣੇ ਦੀ ਇੱਕ ਪਿੰਡ ਤੋਂ ਸ਼ੁਰੂ ਕਰਦੀ ਹਾਂ। ਇਹ ਖਬਰ ਜੀ ਸ਼ਾਇਦ ਬੜਿਆਂ ਨੇ ਪੜ੍ਹੀ ਹੋਏ। ਹੂੰ ਖਬਰ ਹੋ ਚੁੱਕੀ ਹੈ 4 4 ਜਾਂ ਸ਼ਾਇਦ 5 ਹੀ ਸਾਲ ਪੁਰਾਣੀ। ਜੀ ਪਰ ਜਿਸ ਤਰੀਕੇ ਉਹਦੀ ਹੈਡਲਾਈਨ ਸੀ, ਉਹਨੇ ਬੜਾ ਵਲੂੰਦਰਿਆ। ਹੂੰ ਕਾਰਨ ਇਹ ਕਿ ਇੱਕ ਮਾਂ ਜਿਸ ਦੇ ਉੱਤੇ ਬੜਾ ਭਾਰੀ ਇਲਜ਼ਾਮ ਸੀ ਚੋਰੀ ਦਾ, ਤੇ ਹੂੰ ਚੋਰੀ ਵੀ ਕਿਸ ਚੀਜ਼ ਦੀ ਹੋਈ ਕਿ 3 ਦਿਨਾਂ ਤੋਂ ਭੁੱਖੀ ਸੀ। ਜੀ ਬੱਚਾ ਉਹਦਾ ਸੀ ਸਿਰਫ 3 ਕੁ ਸਾਲ ਦਾ, ਜੋ ਚੀਕਦਾ, ਰੋਂਦਾ, ਕੁਰਲਾਉਂਦਾ ਭੁੱਖ ਦੇ ਲਈ ਕਿ ਭੁੱਖ ਲੱਗੀ ਹੈ, ਕੁਛ ਦੇ। ਜੋ ਵੀ ਕੁਛ ਘਰ 'ਚ ਸੀ, ਜਦੋਂ ਵੀ ਮਾੜੇ ਮੋਟੇ 2 ਰੋਟੀ ਟੁੱਕਰ ਵੀ ਹੋਣਗੇ, ਸਭ ਕੁਝ ਖਤਮ ਹੋ ਗਿਆ। ਤਾਂ ਸਰਪੰਚ ਦੇ ਘਰ ਉਸ ਦਿਨ ਉਹਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਮੈਂ ਹੁਣ ਆਪਣੇ ਬੱਚੇ ਦੀ ਭੁੱਖ ਨਹੀਂ ਵੇਖ ਸਕਦੀ, ਆਪਣੀ ਤਾਂ ਚੱਲ ਸਕਦੀ ਹਾਂ। ਹੂੰ ਤੋ ਆਪਣੇ ਪੁੱਤਰ ਦੇ ਲਈ ਉਹਨੇ ਸਰਪੰਚ ਦੇ ਘਰੋਂ ਇੱਕ ਰੋਟੀ ਚੋਰੀ ਕਰ ਲਈ। ਹੂੰ ਇਸ ਰੋਟੀ ਚੋਰੀ ਕਰਨ ਦੀ ਸਜ਼ਾ ਕਿੱਡੀ ਡੂੰਘੀ ਸੀ, ਕਿਉਂਕਿ ਉਹਨੂੰ ਚੋਰੀ ਕਰਦੀ ਨੂੰ, ਚੁੱਕਦੀ ਨੂੰ ਰੋਟੀ ਵੇਖ ਲਿਆ ਘਰ ਦੇ ਇੱਕ ਹੋਰ ਨੌਕਰ ਨੇ, ਉਹਨੇ ਦੱਸ ਦਿੱਤਾ। ਸੋ ਸਰਪੰਚ ਤੇ ਉਹਦੇ ਮੁੰਡਿਆਂ ਨੇ ਸਜ਼ਾ ਜੋ ਸੋਚਿਆ ਕਿ ਇਹਨੂੰ ਮਿਲਣੀ ਚਾਹੀਦੀ ਹੈ, ਉਹ ਸੀ ਕਿ ਉਸਨੂੰ ਨਿਰਵਸਤਰ ਕਰਕੇ ਪੂਰੇ ਪਿੰਡ ਵਿੱਚ ਘੁਮਾਇਆ ਗਿਆ। ਹੂੰ ਕੋਲੇ ਦੇ ਨਾਲ ਉਹਦੇ ਸਰੀਰ ਤੇ, ਨਿਰਵਸਤਰ ਸਰੀਰ ਤੇ, ਮੈਂ ਚੋਰ ਹਾਂ ਲਿਖ ਦਿੱਤਾ ਗਿਆ। ਪੂਰੇ ਪਿੰਡ ਵਿੱਚ ਜਦੋਂ ਘੁਮਾਇਆ ਗਿਆ, ਪਿੰਡ ਦੇ ਨੌਜਵਾਨ ਤੇ ਬੱਚੇ
जिन्हां ने सीटियां भी मारियां, ताड़ियां भी मारियां, रज के जिस तरीके जलील करदे सन कीता, जी। ਇਹ ਖਬਰ ਵੀ ਛਪੀ ਮੁੱਖ ਪੰਨੇ ਤੇ ਸੀ ਕਿ ਇੱਕ ਔਰਤ ਨਿਰਵਸਤਰ ਕਰਕੇ ਚੋਰੀ ਦੇ ਜੁਰਮ ਵਿੱਚ ਦਲੀਲ ਕੀਤੀ ਗਈ। ਹੂੰ। ਸਵਾਲ ਜੇ ਸਾਡੇ ਸਾਰਿਆਂ ਕਿ ਉਹਨਾਂ ਵਿੱਚੋਂ ਇੱਕ ਵੀ ਜੋ ਖਬਰ ਅਨੁਸਾਰ ਸੀ, ਇੱਕ ਵੀ ਬੰਦਾ ਅਗਾਂਹ ਨਹੀਂ ਆਇਆ ਜਿਹੜਾ ਆ ਕੇ ਉਹਦੇ ਸਰੀਰ ਨੂੰ ਕੱਜਣ ਦੀ ਕੋਸ਼ਿਸ਼ ਕਰਦਾ, ਜਾਂ ਜਿਹਨੂੰ ਉਸ ਸਰੀਰ ਵਿੱਚੋਂ ਇੱਕ ਮਾਂ ਦਿਸਦੀ ਹੁੰਦੀ ਕਿ ਇਹਦੇ ਕੋਲ ਹੀ ਮੈਂ ਲੋਰੀਆਂ ਸੁਣੀਆਂ ਨੇ, ਇਹਦੇ ਛਾਤੀ ਦੇ ਦੁੱਧ ਸਦਕਾ ਹੀ ਮੈਂ ਵੱਡਾ ਹੋਇਆ, ਜਾਂ ਇਹਦੇ ਕੁੱਖ ਵਿੱਚ ਇਹਦਾ ਹੀ ਲਹੂ ਪੀਤਾ ਸੀ ਤਾਂ ਹੀ ਅੱਜ ਮੈਂ ਇਸ ਦੁਨੀਆ ਉੱਤੇ ਹਾਂ। ਇਹੋ ਜਿਹੀ ਕਿਸੇ ਦੇ ਮਨ ਵਿੱਚ ਕੋਈ ਵੀ ਵਿਚਾਰਧਾਰਾ ਨਹੀਂ ਉਪਜੀ। ਜੀ। ਨਤੀਜਾ ਸੀ ਕਿ ਉਸ ਔਰਤ ਨੂੰ ਸਜ਼ਾ ਸੀ ਆਪਣੇ ਪੁੱਤਰ ਦਾ ਢਿੱਡ ਭਰਨ ਲਈ, ਜਿਹਦੇ ਕੋਲ ਕੋਈ ਹੋਰ ਜ਼ਰੀਆ ਨਹੀਂ ਸੀ, ਕਿਉਂਕਿ ਉਹਨੂੰ ਜਦੋਂ ਬਾਅਦ ਵਿੱਚ ਇਸ ਗੱਲ ਨੂੰ, ਜਦੋਂ ਇਹ ਹੁਣ ਸਾਰਿਆਂ ਦੇ ਨਜ਼ਰੀ ਪਈ, ਭਾਵੇਂ ਉਹ ਦੱਬ ਗਈ, ਉਸ ਦੇ ਬਾਰੇ ਦੁਬਾਰਾ ਜ਼ਿਕਰ ਵੀ ਨਹੀਂ ਹੋਇਆ। ਇੱਕ ਵਾਰ ਸਿਰਫ ਇੱਕ ਵਾਰ ਨਿੱਕੀ ਜਿਹੀ ਖਬਰ ਹੀ ਲੱਗੀ ਕਿ ਉਸ ਵਾਸਤੇ ਅਜੇ ਕੁਝ ਪਠਾਏ ਜਾਣਗੇ, ਕੋਈ ਬੰਦੇ ਜਿਹੜੇ ਲੱਭਣਗੇ, ਕੀ ਹੋਇਆ, ਕੀ ਵਾਚਣਗੇ, ਕੀ ਵਾਪਰਿਆ, ਕਿਉਂ ਵਾਪਰਿਆ। ਤਾਂ ਨਾ ਉਹਦੀ ਕੋਈ ਕੰਸੋ ਬਾਅਦ ਵਿੱਚ ਆਈ ਕੀ ਹੋਇਆ ਕੀ ਨਹੀਂ ਹੋਇਆ। ਜਦੋਂ ਪੁੱਛਿਆ ਉਸ ਪਿੰਡ ਦੇ ਕਿਸੇ ਇੱਕ ਬਸ਼ਿੰਦੇ ਨੂੰ ਜੋ ਉੱਥੋਂ ਹੁਣ ਬਾਹਰ ਰਹਿੰਦਾ ਉਸ ਥਾਂ ਤੇ, ਨਹੀਂ ਪਤਾ ਲੱਗਿਆ 3 ਕੁ ਸਾਲ ਬਾਅਦ ਕਿ ਉਹਨੇ ਖੁਦਕੁਸ਼ੀ ਕਰ ਲਈ ਸੀ, ਉਹ ਰਹੀ ਨਹੀਂ। ਯਾਨੀ ਇਹ ਜੇ ਹਕੀਕਤ ਸਾਡੀ ਕਿ ਅਸੀਂ ਗਰੀਬਾਂ ਨੂੰ ਜਿਸ ਹੱਦ ਤੱਕ ਲੈ ਜਾਂਦੇ ਹਾਂ ਉਹਦੇ ਵਿੱਚੋਂ, ਪਰ ਉਹ ਮਾਂ ਦੀ ਜਿਹੜੀ ਸੋਚ ਹੈ ਜਾਂ ਮਾਂ ਦਾ ਪਿਆਰ ਤਾਂ ਨਹੀਂ ਕੱਢ ਸਕਦੇ ਗਰੀਬੀ ਵਿੱਚੋਂ। ਪਰ ਕਿੰਨੀ ਕੁ ਮਜਬੂਰ ਹੋਈ ਹੋਏਗੀ ਉਹ ਮਾਂ ਜਿਹਦੇ ਕੋਲ ਕੁਝ ਵੀ ਨਹੀਂ ਸੀ, ਪੈਸੇ ਵੀ ਨਹੀਂ ਮਿਲੇ ਹੋਣੇ ਜ਼ਾਹਰ, ਹੁਣ ਇਹ ਵੀ ਨਹੀਂ ਪਤਾ ਕਰਜ਼ਈ ਸੀ ਕਿ ਨਹੀਂ, ਪਰ ਜੋ ਵੀ ਸੀ ਕਿ ਅਸੀਂ ਇੰਨੇ ਨਿਰਮੋਏ ਹੋ ਚੁੱਕੇ ਹਾਂ। ਹਰਿਆਣਾ ਵੀ ਕਦੇ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ, ਬਹੁਤ ਸਾਰੇ ਪੰਜਾਬੀ ਅੱਜ ਵੀ ਵਸਦੇ ਨੇ, ਪਰ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਇਹ ਸਿਖਾ ਸਕੇ ਕਿ ਔਰਤ ਦੀ ਇੱਜ਼ਤ ਕਿਵੇਂ ਕਰਨੀ ਹੈ? ਕਿਉਂ ਘਰੇਲੂ ਹਿੰਸਾ ਦਿਨੋਂ ਦਿਨ ਵੱਧਦੀ ਜਾਂਦੀ ਹੈ? ਕਿਉਂ 70% ਘਰਾਂ ਦੇ ਵਿੱਚ ਔਰਤ ਦੀ ਬੇਪਤੀ ਹੁੰਦੀ ਹੈ ਕਿ ਬੱਚਾ ਜੰਮ ਕੇ ਦੇਣਾ ਜਾਂ ਉਸ ਟੱਬਰ ਦਾ ਨਾਮ ਲੇਵਾ ਦੇਣਾ, ਉਸ ਟੱਬਰ ਨੂੰ ਅਗਾਂਹ ਤੋਰਨਾ ਇੰਨਾ ਭਾਰੀ ਗੁਨਾਹ ਹੈ। ਇੱਕ ਸੈਕਿੰਡ ਰੇਟ ਸਿਟੀਜ਼ਨ ਤੋਂ ਉੱਤੇ ਅਸੀਂ ਇਹਨੂੰ ਚੁੱਕ ਵੀ ਸਕਾਂਗੇ ਜਾਂ ਨਹੀਂ? ਸਵਾਲ ਵੱਡਾ ਹੈ। ਮੈਂ ਸਿਰਫ ਮਾਵਾਂ ਨੂੰ ਜਾਂ ਧੀਆਂ ਨੂੰ ਜਾਂ ਭੈਣਾਂ ਨੂੰ ਹੀ ਨਹੀਂ ਕਰ ਰਹੀ, ਮਾਂ ਦੇ ਕੁੱਖੋਂ ਜੰਮੇ ਹਰ ਜਾਏ ਨੂੰ ਕਰ ਰਹੀ ਹਾਂ ਕਿ ਜੇ ਇਹ ਵਿਚਾਰਧਾਰਾ ਵਾਲੇ ਲੋਕ ਸਾਡੇ ਵਿੱਚ ਨੇ ਤਾਂ ਫਿਰ ਕੌਣ ਹੈ ਇਹ ਵਿਚਾਰਧਾਰਾ ਉਹਨਾਂ ਦੇ ਮਨਾਂ ਵਿੱਚ ਉਪਜ ਦੇਣ ਵਾਲੇ? ਕਿ ਅਸੀਂ ਹੀ ਤਾਂ ਨਹੀਂ ਕਿ ਉਹਨਾਂ ਦੇ ਸਾਹਮਣੇ ਅਸੀਂ ਹੀ ਔਰਤ ਦੀ ਬੇਪਤੀ ਕਰਦੇ ਹੋਈਏ, ਅਸੀਂ ਹੀ ਉਹਨੂੰ ਉਹਦਾ ਬਣਦਾ ਆਦਰ ਸਤਿਕਾਰ ਨਾ ਦਿੰਦੇ ਹੋਈਏ, ਤਾਂ ਫਿਰ ਇਹ ਸਾਡੀ ਧੀ ਨੂੰ ਵੀ ਚੱਪਣ ਵਾਲੇ ਹੀ ਤਿਆਰ ਹੋ ਰਹੇ ਨੇ। ਜਿਨ੍ਹਾਂ ਨੇ ਇੱਕ ਮਾਂ ਦੀ ਇਸ ਤਰੀਕੇ ਦੀ ਬੇਕਦਰੀ ਕੀਤੀ, ਉਹ ਕਿਉਂ ਆਪਣੀਆਂ ਭੈਣਾਂ ਜਾਂ ਧੀਆਂ ਜਾਂ ਕਿਸੇ ਹੋਰ ਦੀਆਂ ਧੀਆਂ ਭੈਣਾਂ ਨੂੰ ਛੱਡਣਗੇ? ਜੀ, ਇਹ ਤਾਂ ਇੱਕ ਗੱਲ ਸੀ। ਇੱਕ ਹੋਰ ਇਸੇ ਤਰ੍ਹਾਂ ਦੀ ਜ਼ਰੂਰ ਜ਼ਿਕਰ ਕਰਨਾ ਚਾਹਾਂਗੀ ਜੋ ਪੰਜਾਬ ਦੀ ਘਟਨਾ ਹੈ। ਜੀ, ਘਟਨਾ ਉਸ ਖਬਰ ਦੀ ਜੋ ਛਪੀ ਵੀ ਸੀ ਉਹਦਾ ਵੀ ਜ਼ਿਕਰ ਕਰਾਂਗੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੈਂ ਪਿੰਡ ਵਿੱਚ ਮੈਂ ਇਸ ਬਾਰੇ ਲਿਖਿਆ ਵੀ ਸੀ ਬੜੀ ਪੀੜ ਦੇ ਨਾਲ, ਉਹ ਵੀ ਮਾਂ ਦਿਵਸ ਦੇ ਉੱਤੇ ਹੀ, ਕਿ ਇਸ ਤਰ੍ਹਾਂ ਜੇ ਮਾਂ ਦਿਵਸ ਮਨਾਉਣਾ, ਜੇ ਰੱਬ ਦਾ ਵਾਸਤਾ ਨਾ ਮਨਾਇਆ ਕਰੋ। ਜੀ, ਕਾਰਨ ਇਹ, ਇੱਕ ਪਿੰਡ ਵਿੱਚ ਅਸੀਂ ਫ੍ਰੀ ਮੈਡੀਕਲ ਕੈਂਪ, ਮੈਂ ਤੇ ਮੇਰੇ ਪਤੀ ਡਾਕਟਰ ਗੁਰਪਾਲ ਸਿੰਘ ਗਏ ਸਾਂ, ਜਿੱਥੇ ਕੁਝ ਮਾਨਸਿਕ ਸਮੱਸਿਆਵਾਂ ਵਾਲੇ ਲੋਕ ਵੀ ਆ ਰਹੇ ਸਨ। ਜੀ, ਇੱਕ ਬਜ਼ੁਰਗ ਸੀ ਔਰਤ ਜਿਹੜੀ ਵਾਰ-ਵਾਰ ਭੀੜ ਚੋਂ ਨਿਕਲ ਕੇ ਮੇਰੇ ਵੱਲ ਨੂੰ ਆਉਣ ਦੀ ਕੋਸ਼ਿਸ਼ ਕਰਦੀ ਸੀ। ਜਿੰਨੇ ਵੀ ਉੱਥੇ ਆਰਗੇਨਾਈਜ਼ਰ ਸਨ ਉਹਨੂੰ ਕੋਈ ਪਿਆਰ ਨਾਲ ਬੀਬੀ ਪਰਾਂ ਹੋ, ਪਿੱਛੇ ਹੋ ਕਰਦਿਆਂ, ਬਜ਼ੁਰਗ ਸੀ। ਤਾਂ ਕੁਝ ਕੁ ਚਿਰ ਬਾਅਦ ਜਦੋਂ ਮੇਰੀ ਨਜ਼ਰ ਉੱਥੇ ਪਈ, ਮੈਨੂੰ ਲੱਗਿਆ ਕਿ ਇਹਨੂੰ ਵਾਰ-ਵਾਰ ਕੁਛ ਅਗਾਂਹ ਕਹਿਣ ਲਈ ਸ਼ਾਇਦ ਆ ਰਹੀ ਹੈ, ਇਹਨੂੰ ਬੁਲਾਇਆ ਤਾਂ ਜਾਵੇ। ਮੈਂ ਉਹਨਾਂ ਨੂੰ ਕਿਹਾ ਜੀ ਭੇਜ ਦਿਓ, ਗੱਲ ਸੁਣੀਏ ਤਾਂ ਸਹੀ ਕੀ ਕਹਿੰਦੇ ਨੇ। ਮੈਨੂੰ ਕਿਹਾ ਗਿਆ ਕਿ ਇਹ ਮਾਨਸਿਕ ਰੋਗੀ, ਇਹਨੂੰ ਛੱਡ ਦਿਓ। ਮੈਂ ਕਿਹਾ ਨਹੀਂ ਤੁਸੀਂ 1 ਮਿੰਟ ਮੈਨੂੰ ਗੱਲ ਤਾਂ ਕਰਨ ਦਿਓ, ਕੀ ਹੋਇਆ? ਨੇੜੇ ਆਏ ਤੇ ਮੈਨੂੰ ਹੌਲੀ ਜਿਹੀ ਕੰਨ ਵੱਲ ਨੂੰ ਹੋਈ ਜਾਣ
ਤੇ ਮੈਂ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਨੇ। ਇੰਨਾ ਮੈਂ ਉਹਨਾਂ ਨੂੰ ਕਿਹਾ ਦੱਸ ਦਿਓ, ਕੋਈ ਗੱਲ ਨਹੀਂ, ਬੈਠੇ ਹਾਂ ਆਪਾਂ ਸਾਰੇ, ਕੋਈ ਬਿਮਾਰੀ ਹੈ ਤਾਂ ਦੱਸੋ। ਨਹੀਂ, ਕਹਿੰਦੇ ਕੰਨ ਦੇ ਨੇੜੇ ਜੇ ਹੋ ਕੇ ਕਹਿਣ ਲੱਗੇ, ਦਰਵਾਜ਼ਾ ਬੰਦ ਰੱਖੀ, ਉਹ ਆਏਗੀ। ਹੂੰ। ਮੈਨੂੰ ਗੱਲ ਜਿਹੀ ਸਮਝ ਨਹੀਂ ਆਈ ਕੀ ਕਹਿਣਾ ਚਾਹਿਆ। ਮੈਂ 2-3 ਵਾਰ ਪੁੱਛਿਆ ਕੀ ਕਹਿ ਰਹੇ ਹੋ, ਫਿਰ ਕਹਿਣ ਲੱਗੇ ਦਰਵਾਜ਼ਾ ਬੰਦ ਰੱਖੀ, ਉਹ ਆਏਗੀ। ਮੈਨੂੰ ਫਿਰ ਸਮਝ ਨਹੀਂ ਆਈ ਵੀ ਇਹ ਕੀ ਗੱਲ, ਕਿਹੜਾ ਦਰਵਾਜ਼ਾ, ਕਿੱਥੇ ਦੀ ਬੋ ਆਣੀ ਹੈ, ਯਾਨੀ ਕੁਝ ਵੀ ਮੈਨੂੰ ਸਮਝ ਹੀ ਨਹੀਂ ਆਈ। ਤੇ ਤੀਜੀ ਵਾਰ ਮੈਂ ਫੇਰ ਪੁੱਛਣ ਲੱਗੀ ਤਾਂ ਮੈਨੂੰ ਉਹ ਕਹਿਣ ਲੱਗੇ ਜੋ ਪਿੰਡ ਦੇ ਮੁਹੱਤਵਰ ਸਨ, ਤੁਹਾਨੂੰ ਅਸੀਂ ਕਿਹਾ ਸੀ ਨਾ ਇਹ ਹਿੱਲ ਚੁੱਕੀ ਹੋਈ ਹੈ ਬੀਬੀ, ਇਹਨੂੰ ਛੱਡੋ, ਇਹਨੂੰ ਰਹਿਣ ਦਿਓ। ਮੇਰੇ ਮਨ ਵਿੱਚ ਜਿਵੇਂ ਕੁਛ ਉਹ ਕੰਡਾ ਜਿਹਾ ਅੜ ਗਿਆ ਵੀ ਇਹ ਕੀ ਬੋਲਣਾ ਚਾਹ ਰਹੀ ਹੈ। ਹੂੰ। ਸ਼ਾਇਦ ਕੋਈ ਡੂੰਗੀ ਸੱਟ ਵੱਜੀ ਹੋਵੇ, ਕੁਛ ਉਸ ਨਾਲ ਰਿਲੇਟਡ ਹੋਵੇ, ਕੋਈ ਗੱਲ ਕਰਨੀ ਤਾਂ ਚਾਹੀਦੀ ਹੈ। ਭੀੜ ਬਹੁਤ ਸੀ, ਮਰੀਜ਼ ਬਹੁਤ ਸੀ, ਦੇਖਦੇ ਆ ਫਿਰ ਅਗਲਾ ਆ ਜਾਣਾ, ਤੀਸਰਾ ਆ ਜਾਣਾ। ਵਿੱਚ ਇਸੇ ਤਰ੍ਹਾਂ ਕਿਤੇ ਸਿਰ ਉੱਤੇ ਚੁੱਕਿਆ ਗਿਆ ਤਾਂ ਦੇਖਿਆ ਕਿ ਉਹ ਦੂਰ ਪਰੇ ਢੋਲ ਲਾਈ ਖੰਭੇ ਜੇ ਨਾਲ ਖੜੇ ਸਨ ਬਜ਼ੁਰਗ। ਮੈਨੂੰ ਫਿਰ ਬੜੀ ਜਿਵੇਂ ਉਧਰ ਵੱਲ ਨੂੰ ਹੋਈ ਗੱਲ ਕਿ ਕੀ ਕਹਿਣਾ ਚਾਹਿਆ ਸੀ ਇਹਨਾਂ ਨੇ। ਮੈਂ ਉੱਥੋਂ ਉੱਠ ਕੇ ਭੀੜ ਤੋਂ ਵੀ ਮੈਂ ਆਈ 1 ਸੈਕਿੰਡ, ਮੈਂ ਉੱਠ ਕੇ ਉਹਨਾਂ ਦੇ ਕੋਲ ਹੀ ਪਰਾਂ ਚਲੀ ਗਈ। ਫਿਰ ਪੁੱਛਿਆ ਤੁਸੀਂ ਕੀ ਕਹਿਣਾ ਚਾਹਿਆ, ਮੈਨੂੰ ਸਮਝ ਨਹੀਂ ਆਈ। ਫਿਰ ਹੌਲੀ ਜੀ ਮੇਰੇ ਕੰਨ ਕੋਲ ਹੋਏ, ਉਹੀ ਫਿਰ ਲਫ਼ਜ਼ ਦੁਹਰਾ ਦਿੱਤੇ, ਦਰਵਾਜ਼ਾ ਬੰਦ ਰੱਖੀ, ਉਹ ਆਏਗੀ। ਹੂੰ। ਮੈਨੂੰ ਸੱਚ ਜਾਣਿਓ ਲੱਗਿਆ ਕਿ ਵਾਕਈ ਸ਼ਾਇਦ ਮਾਨਸਿਕ ਰੋਗੀ ਹੋਈ ਨੇ ਵੀ ਮੈਨੂੰ ਤਾਂ ਇੱਕੋ ਹੀ ਲਫ਼ਜ਼ ਤੇ ਅੜੇ ਪਈ ਹੈ ਗਰਾਰੀ, ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਕੀ ਕਹਿਣਾ ਚਾਹੁੰਦੇ ਨੇ। ਜੀ। ਨਾ ਕੋਈ ਉੱਥੇ ਪਿੰਡ 'ਚ ਦੱਸਣ ਨੂੰ ਤਿਆਰ ਸੀ ਕਿ ਹੋਇਆ ਕੀ। ਥੋੜਾ ਜਿਹਾ ਮੈਂ ਉਹਨਾਂ ਨੂੰ ਹੋਰ ਮੈਂ ਕਿਹਾ ਜੀ ਤੁਸੀਂ ਕਿੱਥੋਂ, ਕਿਹੜੇ ਘਰ ਚੋਂ, ਬੱਚੇ ਨਹੀਂ ਹੈ ਤੁਹਾਡੇ, ਕਿੱਥੇ ਨੇ, ਕੋਈ ਨਾਲ ਨਹੀਂ ਆਇਆ, ਪਤੀ ਕਿੱਥੇ ਨੇ। ਮੈਂ ਏਦਾਂ ਦੀ ਅਜੇ ਉਹਨਾਂ ਨਾਲ ਗੱਲ ਕਰ ਹੀ ਰਹੀ ਸੀ ਕਿ ਲੋਕ ਫਿਰ ਮੈਨੂੰ ਲੈ ਗਏ ਵਾਪਸ, ਆ ਜਾਓ ਜੀ ਉਹ ਮਰੀਜ਼ ਕਾਹਲੇ ਪੈ ਰਹੇ ਨੇ ਉੱਥੇ ਦੇਖੋ। ਫਿਰ ਲੰਘ ਗਿਆ ਹੋਣਾ ਘੰਟਾ, ਕਾਫੀ ਮਰੀਜ਼ ਸਨ, ਫਿਰ ਦੇਖਿਆ ਉਹ ਉੱਥੇ ਦੇ ਉੱਥੇ ਹੀ ਉਸੇ ਤਰ੍ਹਾਂ ਖੜੇ। ਹੂੰ। ਮੈਨੂੰ ਫਿਰ ਕਤੂਹਲ ਹੋਇਆ ਵੀ ਕੁਛ ਨਾ ਕੁਛ ਹੋਣਾ ਚਾਹੀਦਾ, ਕੀ ਕਹਿ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ। ਮੈਂ ਉੱਥੇ ਇੱਕ ਹੋਰ ਬਜ਼ੁਰਗ ਖੜੇ ਸਨ ਬੀਬੀ, ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਜੇ ਇਹਨਾਂ ਨਾਲ ਕੀ ਵਾਪਰਿਆ। ਉਹ ਜਿਵੇਂ ਨਾ ਝੱਕ ਜਿਹੇ ਗਏ, ਗੱਲ ਨਹੀਂ ਕੀਤੀ ਕੁਛ ਵੀ, ਤੇ ਚੁੱਪਚਾਪ ਪਿਛਾਂਹ ਜਿਹੇ ਹੋ ਗਏ। ਮੈਨੂੰ ਹੋਰ ਲੱਗਿਆ ਵੀ ਇਹਦਾ ਮਤਲਬ ਹੈ ਕੁਝ ਨਾ ਕੁਝ ਤਾਂ ਵਾਪਰਿਆ, ਜੀ। ਜਿਹੜਾ ਇਹ ਜਾਂ ਤਾਂ ਲੁਕਾਇਆ ਜਾ ਰਿਹਾ ਹੈ, ਗੱਲ ਦੱਸੀ ਨਹੀਂ ਜਾ ਰਹੀ। ਸੋ ਮੈਂ ਉੱਠ ਕੇ ਫਿਰ ਇਸ ਬਹਾਨੇ ਵੀ ਮੈਂ ਪਾਣੀ ਪੀ ਕੇ ਆਈ, ਜ਼ਰਾ ਕੁ ਪਰਾਂ ਨੂੰ ਗਈ ਤੇ ਜਿਹੜੀ ਦੂਸਰੀ ਬੀਬੀ ਜਿਨ੍ਹਾਂ ਤੋਂ ਮੈਂ ਹੁਣ ਪੁੱਛਿਆ ਸੀ ਕਿ ਇਹਨਾਂ ਨਾਲ ਕੀ ਵਾਪਰਿਆ, ਮੈਂ ਉਹਨਾਂ ਦੇ ਨੇੜੇ ਹੀ ਜਾ ਕੇ ਉਹਨਾਂ ਨੂੰ ਥੋੜਾ ਪਰਾਂ ਲਿਜਾ ਕੇ ਗੱਲ ਕੀਤੀ ਕਿ ਦੱਸੋ ਤਾਂ ਸਹੀ ਇਹਦੇ ਟੱਬਰ ਵਿੱਚੋਂ ਕੌਣ ਕੌਣ ਨੇ, ਕਿੱਥੇ ਨੇ। ਉਹ ਬੀਬੀ ਮੈਨੂੰ ਦੱਸਣ ਲੱਗੀ ਕਿ ਇਹਦੇ ਪਤੀ ਦੀ ਮੌਤ ਹੋ ਗਈ। ਫਿਰ ਕਹਿਣ ਲੱਗੀ ਇਹਦੇ ਬੱਚੇ 2 ਸਨ, ਜੀ। ਇੱਕ ਨਸ਼ੇ ਦੇ ਕਾਫੀ ਅਸਰ ਹੇਠ ਸੀ ਤੇ ਉਹਨੇ ਇੱਕ ਔਰਤ ਤੇ ਹੱਥ ਪਾਉਣ ਦੀ ਵੀ ਕੋਸ਼ਿਸ਼ ਕੀਤੀ। ਪਿੰਡ ਵਾਲਿਆਂ ਨੇ ਫਿਰ ਉਹਨੂੰ ਥਾਣੇ ਦੇ ਦਿੱਤਾ ਕਿ ਇਹਨੂੰ ਅੰਦਰ ਰੱਖੋ। ਜੀ। ਉਹਦੇ ਤੇ ਕੇਸ ਵੀ ਚੱਲਿਆ ਹੋਣਾ, ਕੋਈ ਸਜ਼ਾ ਵੀ ਹੋਈ ਹੋਣੀ ਹੈ। ਉਹ ਦੂਸਰਾ ਜਿਹੜਾ ਸੀ ਉਹ ਫਿਰ ਕਹਿੰਦੇ ਕਹਿੰਦੇ ਉਹ ਫਿਰ ਚੁੱਪ ਹੋ ਗਈ। ਉਨੀ ਦੇਰ ਨੂੰ ਉਹਨੇ ਦੇਖਿਆ ਕਿ ਕੁਝ ਔਰਤਾਂ ਹੋਰ ਆਣੀਆਂ ਸ਼ੁਰੂ ਹੋ ਗਈਆਂ ਉੱਧਰ। ਹੂੰ। ਮੈਨੂੰ ਬਹੁਤ ਜ਼ਿਆਦਾ ਯਾਨੀ ਹੋ ਰਿਹਾ ਸੀ ਅਚਵੀ ਜਿਹੀ ਕਿ ਕੀ ਹੋਇਆ ਕੀ ਹੈ ਆਖਰ, ਪਤਾ ਤਾਂ ਲੱਗੇ ਇਸ ਔਰਤ ਦਾ ਕਿਉਂ ਇਹ ਹਾਲ ਹੋਇਆ। ਹੁਣ ਉਹ ਵੀ ਚੁੱਪ ਹੋ ਗਈ, ਹੋਰ ਔਰਤਾਂ ਜਿਹੜੀਆਂ ਉਹ ਵੀ ਨਾ ਕੋਈ ਬੋਲਣ, ਸਾਰੇ ਜਿਵੇਂ ਕੋਈ ਗੱਲ ਲੁਕਾ ਰਹੇ ਹੋਣ। ਅਖੀਰ ਇੱਕ ਉੱਤੇ ਪਿੰਡ ਦੀ ਨੂੰਹ ਸੀ ਜੋ ਨੂੰਹ ਰਾਣੀ, ਉਹ ਮੈਨੂੰ ਕਹਿਣ ਲੱਗੀ ਕਿਉਂ ਡਾਕਟਰ ਸਾਹਿਬ ਇਸ ਤਰੀਕੇ ਦਾ ਤੁਸੀਂ ਪਰਦਾ ਚੁੱਕਣਾ ਚਾਹੁੰਦੇ ਹੋ, ਬਹੁਤ ਹੂੰ। ਘਿਨਾਉਣਾ ਰੂਪ ਹੈ, ਤੁਹਾਡੇ ਤੋਂ ਸ਼ਾਇਦ ਜਰਿਆ ਹੀ ਨਹੀਂ ਜਾਣਾ। ਜੀ। ਹੁਣ ਮੇਰੇ ਲਈ ਹੋਰ ਵੀ ਅਹਿਮ ਸੀ ਕਿ ਗੱਲ ਪਤਾ ਲੱਗੇ ਕੀ ਹੋਇਆ। ਮੈਂ ਕਿਹਾ ਦੇਖ ਸਿੱਧਾ ਜੇ ਘਿਨਾਉਣਾ ਰੂਪ ਵੀ ਹੈ ਤਾਂ ਵੀ ਗੱਲ ਤਾਂ ਇਹ ਹੈ ਕਿ ਸਾਫ਼ ਸਫਾਈ ਤਾਂ ਅਸੀਂ ਹੀ ਕਰਨੀ ਹੈ। ਤੇ ਜੇ ਜਿਵੇਂ ਮੈਂ ਬਤੌਰ ਡਾਕਟਰ ਹਾਂ, ਜੇ ਮੈਨੂੰ ਬਿਮਾਰੀ ਦਾ ਹੀ ਨਹੀਂ ਪਤਾ ਹੋਏਗਾ ਮੈਂ ਇਲਾਜ ਕੀ ਕਰਾਂਗੀ, ਦੱਸ ਤਾਂ ਸਹੀ ਆਖਰ ਹੋਇਆ ਕੀ। ਜੀ। ਸੋ ਉਸ ਨੂੰ ਰਾਣੀ ਨੇ ਥੋੜੀ ਜਿਹੀ ਜੋ ਜੁਰਤ ਕੀਤੀ, ਜਵਾਨ ਸੀ ਬੇਟੀ, ਉਸਨੇ ਦੱਸਿਆ
ਕਿ ਮੈਂ ਇਸ ਪਿੰਡ ਚ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਬਜ਼ੁਰਗ ਔਰਤ ਨਾਲ ਬਹੁਤ ਮਾੜਾ ਵਾਪਰਿਆ। ਜੀ। ਹੁਣ ਦੱਸਿਆ ਉਹਨੇ ਇਹ ਕਿ ਪੈਰੋਲ ਤੇ ਇਹਦਾ ਮੁੰਡਾ ਜਦੋਂ ਬਾਹਰ ਆਇਆ, ਉਸ ਰਾਤ ਇਹ ਤੇ ਇਹਦਾ ਛੋਟਾ ਮੁੰਡਾ, ਯਾਨੀ ਮਾਂ ਤੇ ਛੋਟਾ ਮੁੰਡਾ ਘਰ ਸਨ। ਜੀ। ਉਹ ਆਇਆ ਸ਼ਾਮ ਕੇ ਵੇਲੇ ਘਰ ਤੇ ਫਿਰ ਬਹਿ ਕੇ ਸਿੱਧਾ ਸ਼ਰਾਬ ਪੀਣ ਲੱਗ ਗਿਆ। ਲਗਾਤਾਰ ਉਸਨੇ ਸ਼ਰਾਬ ਪੀਤੀ 2-2.5 ਘੰਟੇ। ਉਸ ਤੋਂ ਬਾਅਦ ਆਪਣੇ ਛੋਟੇ ਭਰਾ ਨੂੰ ਕਾਫੀ ਕੁੱਟਿਆ। ਕੁੱਟਣ ਤੋਂ ਬਾਅਦ ਉਹਨੂੰ ਬਾਹਰ ਧੱਕ ਦਿੱਤਾ, ਅੰਦਰੋਂ ਲਾ ਲਈ ਕੁੰਡੀ ਤੇ ਇਹ ਮਾਂ ਅੰਦਰ ਇਕੱਲੀ। ਇਹਨੇ ਬਥੇਰਾ ਹਾਲ ਸਾਰਿਆਂ ਨੂੰ ਜਾਇਆ ਕਿ ਕਿਉਂ ਇਸ ਤਰ੍ਹਾਂ ਕੁੱਟਦਾ ਹੈ, ਕਿਉਂ ਕਰਦਾ ਏਦਾਂ ਦੀ ਗੱਲ, ਤੂੰ ਆਇਆ ਤੇ ਘਰ ਵਿੱਚ 2 ਮਿੰਟ ਸੁੱਖ ਦਾ ਸਾਹ ਤਾਂ ਲੈਣ ਦੇ, ਇਸ ਤਰ੍ਹਾਂ ਦੀ ਚੀਜ਼ ਕਿਉਂ, ਆਖਿਰ ਕਿਉਂ। ਫਿਰ ਉਹਨੂੰ ਸ਼ਾਇਦ ਮਾਂ ਨੂੰ ਅੰਦਾਜ਼ਾ ਨਹੀਂ ਸੀ ਇਸ ਤੋਂ ਅਗਾਂਹ ਕੀ ਵਾਪਰਨ ਵਾਲਾ। ਜੀ। ਨਸ਼ੇ ਵਿੱਚ ਧੁੱਤ ਉਸ ਪੁੱਤਰ ਨੇ, ਜਿਸ ਦੀ ਕਿ ਉਮਰ 60 ਕੁ ਵਰ੍ਹਿਆਂ ਦੀ ਸੀ, ਕਿਉਂਕਿ ਇਹ ਮਾਂ ਦੀ ਉਮਰ ਸੀ 80-85 ਦੇ ਨੇੜੇ ਤੇੜੇ। ਜੀ। ਉਸ ਪੁੱਤਰ ਨੇ ਉਸ ਰਾਤ ਉਹ ਕਾਰਾ ਕੀਤਾ ਜਿਸ ਲਈ ਸ਼ਾਇਦ ਸਾਰਾ ਸਮਾਜ ਆਪਣੇ ਆਪ ਤੇ ਕੁਛ ਕਿੰਤੂ ਪ੍ਰੰਤੂ ਕਰ ਸਕਦਾ, ਕਿਉਂਕਿ ਉਸ ਰਾਤ ਉਸ ਪੁੱਤਰ ਨੇ ਆਪਣੀ ਮਾਂ ਦਾ, ਸਕੀ ਮਾਂ ਦਾ ਬਲਾਤਕਾਰ ਕੀਤਾ। ਉਸ ਮਾਂ ਨੂੰ ਜੇ ਬਚਾਉਣ ਵਾਲਾ ਕੋਈ ਆਇਆ ਤਾਂ ਪਿੰਡ ਦੇ ਹੀ ਲੋਕ ਦੌੜੇ, ਕਿਉਂਕਿ ਉਸ ਨੂੰ ਮਾਂ ਨੂੰ ਲਹੂ ਲੁਹਾਨ ਛੱਡ ਕੇ ਇੱਕ ਮਾਨਸਿਕ ਰੋਗੀ ਬਣਾ ਕੇ ਉਹ ਮੁੰਡਾ ਤਾਂ ਭੱਜਿਆ, ਉਹਨੂੰ ਫਿਰ ਦੁਬਾਰਾ ਫੜਾ ਦਿੱਤਾ ਗਿਆ। ਪਰ ਉਹ ਦੂਸਰਾ ਮੁੰਡਾ ਪਿੰਡ ਛੱਡ ਗਿਆ, ਕਿਉਂਕਿ ਉਹਨੂੰ ਲੱਗਦਾ ਸੀ ਕਿ ਇਸ ਹਾਲ ਤੋਂ ਬਾਅਦ ਨਾ ਮੈਂ ਮਾਂ ਦਾ ਸਾਹਮਣਾ ਕਰ ਸਕਦਾ, ਨਾ ਸਮਾਜ ਦਾ, ਨਾ ਪਿੰਡ ਵਾਲਿਆਂ ਦਾ। ਉਹ ਵੀ ਤੁਰ ਗਿਆ। ਜੀ। ਹੁਣ ਇਹ ਮਾਂ ਜਿਸ ਦੇ ਆਪਣੇ ਸਕੇ ਪੁੱਤਰ ਨੇ ਉਹਦਾ ਬਲਾਤਕਾਰ ਕੀਤਾ, ਜਿਸ ਤਰੀਕੇ ਦੀ ਮਾਨਸਿਕ ਰੋਗੀ ਹੋ ਗਈ ਤੇ ਜੋ ਉਹ ਸ਼ਬਦ ਬੋਲ ਰਹੀ ਸੀ, ਸੱਚ ਜਾਣਿਓ ਉਸ ਭੀੜ ਦੇ ਵਿੱਚ ਮੈਂ ਆਪਣੇ ਹੰਝੂ ਨਹੀਂ ਰੋਕੇ। ਮੈਂ ਸਮਝ ਗਈ ਸਾਂ ਉਹ ਕੀ ਕਹਿਣਾ ਚਾਹ ਰਹੀ ਸੀ, ਕਿਉਂ ਦਰਵਾਜ਼ਾ ਬੰਦ ਰੱਖਾਂ, ਕਿਸ ਤੋਂ ਬੋ ਆਏਗੀ। ਤੇ ਉਹ ਔਰਤ ਜਿਸ ਦੇ ਵਾਸਤੇ ਇਹ ਹਾਦਸੇ ਨੂੰ, ਜੋ ਉਹਦੇ ਨਾਲ ਵਾਪਰਿਆ ਸੀ, ਜੋ ਉਸੇ ਹੀ ਨੂੰਹ ਰਾਣੀ ਨੇ ਮੈਨੂੰ ਦੱਸਿਆ ਕਿ ਇਸ ਹਾਦਸੇ ਨੂੰ 3-3.5 ਸਾਲ ਹੋ ਚੁੱਕੇ। ਜੀ। ਉਸ ਔਰਤ ਨੂੰ ਆਪਣੇ ਜਿਸਮ ਤੋਂ ਆਉਂਦੀ ਬੋ ਅਜੇ ਤੱਕ ਮਹਿਸੂਸ ਹੋ ਰਹੀ। ਉਹ ਮੈਨੂੰ ਚੇਤਾਵਨੀਆਂ ਦੇ ਰਹੀ ਤੇ ਸ਼ਾਇਦ ਸਾਰੇ ਪਿੰਡ ਦੀਆਂ ਔਰਤਾਂ ਨੂੰ ਵੀ, ਕਿ ਆਪਣੇ ਪੁੱਤਰਾਂ ਤੋਂ ਥੋੜਾ ਓਹਲਾ ਰੱਖਿਓ। ਦੁੱਧ ਚੁੰਘਾਉਂਦੀਆਂ ਤੁਸੀਂ ਇਹ ਅੰਦਾਜ਼ਾ ਹੀ ਨਹੀਂ ਲਾ ਸਕਦੀਆਂ ਕਿ ਤੁਹਾਡਾ ਹੀ ਚੀਰ ਹਰਨ ਕਰਨ ਲਈ ਕਦੇ ਇਹ ਵੀ ਖੜਾ ਹੋਏਗਾ। ਤੇ ਜਿਸ ਤਰੀਕੇ ਦਾ ਵਾਰ-ਵਾਰ ਇੱਕੋ ਸ਼ਬਦ ਉੱਤੇ ਅੜ ਜਾਣਾ, ਉਹਦੀ ਬਾਕੀ ਦੀ ਜ਼ਿੰਦਗੀ ਦਾ ਹਰ ਪਲ, ਹਰ ਸਾਹ ਇੱਕੋ ਹੀ ਥਾਂ ਤੇ ਕੇਂਦਰਿਤ ਸੀ। ਦਰਵਾਜ਼ਾ ਬੰਦ ਰੱਖਿਓ, ਕਿਸੇ ਹੋਰ ਕੋਲੋਂ ਖਤਰਾ ਨਹੀਂ ਸੀ, ਪਰ ਆਪਣੇ ਪੁੱਤਰ ਦੇ ਜਿਸਮ 'ਚ ਆਉਂਦੀ ਹੋ, ਉਹ ਔਰਤ ਹਾਲੇ ਤੱਕ, ਉਹ ਮਾਂ ਹਾਲੇ ਤੱਕ ਕਿਸੇ ਵੀ ਹਾਲ ਵਿੱਚ ਨਹੀਂ ਭੁਲਾ ਸਕਦੀ। ਜੀ। ਮੈਂ ਵਾਕਈ ਨਿਰੁੱਤਰ ਸੀ ਉਸ। ਉਹ ਨੂੰਹ ਰਾਣੀ ਨੇ ਤਾਂ ਕਹਿ ਦਿੱਤਾ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਹਦਾ ਤੁਸੀਂ ਹੱਲ ਨਹੀਂ ਲੱਭ ਸਕਣਾ। ਪਰ ਮੈਂ ਉਹ ਬੜੇ ਚਿਰਾਂ ਤੋਂ ਪੀੜ ਮਨ ਵਿੱਚ ਲੁਕੋਈ ਸੀ, ਜੋ ਅੱਜ ਸਾਂਝੀ ਕੀਤੀ ਮਾਂ ਦੇ ਵਸਤੇ ਉੱਤੇ, ਕਿ ਅਸੀਂ ਪ੍ਰੋਗਰਾਮ ਮਨਾਉਂਦੇ ਹਾਂ, ਬੜੇ ਇਸ਼ਤਿਹਾਰ ਵੀ ਦਿੰਦੇ ਹਾਂ, ਫਿਰ ਅਸੀਂ ਫੋਟੋਆਂ ਖਿਚਵਾਉਂਦੇ ਹਾਂ, ਕਿਤੋਂ ਇੱਕ ਅੱਧ ਮਾਂ ਲੱਭ ਕੇ ਉਸਨੂੰ ਜ਼ਰੂਰ ਇੱਕ ਹਾਰ ਵੀ ਪਾ ਦਿੱਤਾ। ਕੁਝ ਵਕਤ ਅਸੀਂ ਉਹਦੇ ਨਾਲ ਜੇ ਖੜੇ ਵੀ ਹੋ ਗਏ, ਇੱਕ ਕਾਰਡ ਦੇ ਦਿੱਤਾ, ਇੱਕ ਫੁੱਲ ਦੇ ਦਿੱਤਾ, ਤੇ ਮੁੜ ਕੇ ਸਾਰੇ 364 ਦਿਨ ਪੁੱਛਣਾ ਵੀ ਨਾ। ਪਰ ਉਸ ਮਾਂ ਦੇ ਮਨ ਅੰਦਰਲੀ ਪੀੜ ਕੀ ਕਦੇ ਕੋਈ ਸਮਝ ਸਕੇ ਕਿ ਇੱਕ ਔਰਤ ਆਪਣੇ ਭੁੱਖੇ ਬੱਚੇ ਲਈ ਨਿਰਵਸਤਰ ਹੋ ਕੇ ਪੂਰੇ ਪਿੰਡ ਵਾਲਿਆਂ ਕੋਲੋਂ ਤਾਨੇ ਮਿਹਣੇ ਵੀ ਸੁਣ ਸਕਦੀ। ਉਹੀ ਔਰਤ ਜ਼ਲਾਲਤ ਦੀ ਉਹ ਹੱਦ ਵੀ ਸਹਿ ਸਕਦੀ ਹੈ ਕਿ ਆਪਣੇ ਪੁੱਤਰ ਦੇ ਹੱਥੋਂ ਬਲਾਤਕਾਰ ਵੀ ਸਹੇ, ਤਾਂ ਫਿਰ ਇਹ ਓਲਡ ਏਜ ਹੋਮਸ ਦੇ ਵਿੱਚ ਸੁੱਟੀਆਂ ਮਾਵਾਂ ਕਿਹਦੀਆਂ ਨੇ? ਕਿਉਂ ਸਾਡੇ ਦਿਨੋਂ ਦਿਨ ਉੱਥੇ ਮਾਵਾਂ ਦੀ ਗਿਣਤੀ ਵੱਧਦੀ ਹੈ? ਕਿਉਂ ਸਾਨੂੰ ਇਹ ਖਬਰਾਂ ਪੜ੍ਹਨ ਨੂੰ ਮਿਲਦੀਆਂ ਨੇ ਕਿ ਸੜਕਾਂ ਦੇ ਉੱਤੇ ਇੱਕ ਬਜ਼ੁਰਗ ਮਾਂ ਠੰਡ ਦੇ ਵਿੱਚ ਸਿਰਫ ਅੱਧੇ ਫਟੇ ਹੋਏ ਕੱਪੜਿਆਂ ਦੇ ਨਾਲ ਪਈ ਹੈ, ਕਿਉਂਕਿ ਉਹਦੇ 2 ਪੁੱਤਰ ਵੱਡੇ ਸਰਕਾਰੀ ਅਫਸਰ ਨੇ, ਜਿਹੜੇ ਉਹਨੂੰ ਘਰ ਦੇ ਵਿੱਚ ਰੱਖਦਿਆਂ ਬੇਇੱਜ਼ਤੀ ਮਹਿਸੂਸ ਕਰਦੇ ਨੇ। ਇਸ ਲਈ ਇਹ ਮਾਂ ਦਰ-ਦਰ ਠੋਕਰਾਂ ਖਾਣ ਲਈ ਸੁੱਟ ਦਿੱਤੀ ਗਈ।
ਇਹੋ ਜਿਹੇ ਕੇਸ ਬਰਨਾਲੇ ਵਿੱਚੋਂ ਵੀ ਤੇ ਹੋਰ ਵੀ ਕਈ ਥਾਈਂ ਉਜਾਗਰ ਹੋਏ ਨੇ। ਜੀ ਕਈ ਥਾਈਂ ਇਹ ਔਰਤਾਂ ਸੜਕਾਂ ਤੇ ਰੁਲਦੀਆਂ ਇਸੇ ਤਰ੍ਹਾਂ ਭੁੱਖੀਆਂ ਧਿਆਈਆਂ ਮਰ ਜਾਂਦੀਆਂ ਨੇ, ਤਿਰਸਕਾਰ ਸਹਿੰਦੀਆਂ ਨੇ ਪੂਰੇ ਸਮਾਜ ਦਾ। ਕਿ ਉਸ ਸਮਾਜ ਨੂੰ ਹੱਕ ਹੈ ਕੋਈ ਮਾਂ ਦਿਵਸ ਮਨਾਉਣ? ਸਵਾਲ ਤਾਂ ਬਹੁਤ ਡੂੰਘਾ ਜੇ, ਪਰ ਜੀ ਇਹਦੇ ਵਿੱਚ ਇੱਕ ਅਹਿਮ ਚੀਜ਼ ਮਾਂ ਦੇ ਵੱਲ ਦੀ ਵੀ ਜੇ ਕਹੋ ਤਾਂ ਜ਼ਰੂਰ ਸਾਂਝੀ ਕਰਨਾ ਚਾਹਾਂਗੀ। ਜੀ ਕਿਉਂਕਿ ਜੀ ਮੈਮ ਕੁਝ ਮਾਵਾਂ ਵੀ ਸਹੀ ਮਾਇਨਿਆਂ ਵਿੱਚ ਮਾਂ ਦਾ ਰੋਲ ਨਹੀਂ ਅਦਾ ਕਰਦੀਆਂ, ਉਹ ਵੀ ਇਹੋ ਜਿਹੀਆਂ ਖਬਰਾਂ ਪਹੁੰਚਦੀਆਂ ਨੇ ਜੀ ਮੈਮ ਤੇ ਆਪਾਂ ਜਿੱਥੇ ਇਸ ਤੇ ਆਪਣੇ ਗੱਲ ਮੈਮ ਜ਼ਰੂਰ ਕਰਾਂਗੇ, ਪਰ ਵੇਲਾ ਇੱਕ ਛੋਟੀ ਜੀ ਬ੍ਰੇਕ ਦਾ ਹੋ ਚੱਲਿਆ। ਸੋ ਦਰਸ਼ਕਾਂ ਨੇ ਜਾਣਾ ਕਿਤੇ ਨਹੀਂ ਜੀ, ਬਹੁਤ ਸਾਰੀਆਂ ਅਹਿਮ ਗੱਲਾਂ ਨੇ ਜੋ ਮਾਂ ਦੇ ਨਾਲ ਰਿਲੇਟਡ ਨੇ, ਸਾਡੀ ਜ਼ਿੰਦਗੀ ਦੇ ਨਾਲ ਰਿਲੇਟਡ ਨੇ, ਉਸ ਸਾਂਝ ਦੇ ਨਾਲ ਰਿਲੇਟਡ ਨੇ ਜੋ ਧੁਰੋਂ ਸਾਡੇ ਨਾਲ ਚੱਲਦੀ ਆ ਰਹੀ ਹੈ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫੇਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਤੇ ਕਿਚ ਕਹੀਏ ਦੇ ਵਿੱਚ। ਅੱਜ ਗੱਲ ਹੋ ਰਹੀ ਹੈ ਮਾਂ ਦਿਹਾੜੇ ਨੂੰ ਸਮਰਪਿਤ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਬ੍ਰੇਕ ਤੋਂ ਪਹਿਲਾਂ ਕੀਤੀਆਂ। ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮਾਂ ਦੇ ਨਾਲ ਰਿਲੇਟਡ ਉਹ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਦੱਸ ਰਹੇ ਨੇ ਜੋ ਕਿ ਕਹਾਣੀਆਂ ਹੀ ਨਹੀਂ, ਹੱਡ ਬੀਤੀਆਂ ਨੇ, ਜੋ ਸੱਚਾਈ ਹੈ ਅਸਲ ਸਮਾਜ ਦੀ, ਕਿਸ ਤਰੀਕੇ ਦੇ ਨਾਲ ਮਾਂ ਦੇ ਨਾਲ ਬਿਹੇਵੀਅਰ ਕੀਤਾ ਜਾਂਦਾ। ਸਿਰਫ ਮਾਂ ਦਾ ਦਿਨ ਮਨਾਉਣਾ ਹੀ ਖਾਸ ਨਹੀਂ ਹੁੰਦਾ, ਬਹੁਤ ਕੁਝ ਆ ਜਿਹੜਾ ਅਸੀਂ ਮਾਂ ਨੂੰ ਸਮਰਪਿਤ ਕਰਨਾ ਹੁੰਦਾ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ, ਬਹੁਤ ਸਾਰੀਆਂ ਆਸਾਂ ਨੇ ਮਾਂ ਵੀ ਸਾਡੇ ਤੋਂ ਰੱਖਦੀ ਆ। ਸੋ ਕੁਝ ਪਾਰਟ ਅਸੀਂ ਬ੍ਰੇਕ ਤੋਂ ਪਹਿਲਾਂ ਦਿਖਾਇਆ ਤੇ ਹੁਣ ਆਪਾਂ ਅਗਲੀ ਕੜੀ ਦੇ ਵੱਲ ਤੁਰਾਂਗੇ। ਤਾਂ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਜੀ, ਮਾਂ ਦਾ ਇੱਕ ਹੋਰ ਰੂਪ ਵੀ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ, ਕਿਉਂਕਿ ਅਸੀਂ ਕਲਯੁਗ ਦੀ ਗੱਲ ਕਰਦੇ ਹਾਂ। ਜੀ ਇਹੋ ਜਿਹੀਆਂ ਖਬਰਾਂ ਵੀ ਮਿਲਦੀਆਂ ਨੇ ਜਿੱਥੇ ਮਾਂ ਆਪਣੀ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਦਾ ਵੀ, ਆਪਣੇ ਬੱਚਿਆਂ ਦਾ ਵੀ, ਬੇਟੀਆਂ ਤੇ ਬੇਟਾ ਜਿਸ 'ਚ ਸ਼ਾਮਲ ਨੇ, ਉਹਨਾਂ ਨੂੰ ਜ਼ਹਿਰ ਵੀ ਦੇ ਦਿੰਦੀ ਹੈ, ਉਹਨਾਂ ਨੂੰ ਮਾਰ ਵੀ ਦਿੰਦੀ ਹੈ, ਕਤਲ ਤੱਕ ਕਰਵਾ ਦਿੰਦੀ ਹੈ। ਸੋ ਇਹ ਵੀ ਇੱਕ ਵੱਖ ਰੂਪ ਸਾਹਮਣੇ ਆ ਰਿਹਾ ਜੇ, ਜਿੱਥੇ ਆਪਣੇ ਕੁਝ ਚਿਰੀ ਸਰੀਰਕ ਆਨੰਦ ਲਈ ਜੋ ਉਹ ਮਾਂ ਕਰਦੀ ਜੇ, ਵਾਕਈ ਉਹ ਵੀ ਸੱਚਮੁੱਚ ਬਰਦਾਸ਼ਤ ਕਰਨ ਯੋਗ ਨਹੀਂ। ਉਹਦੇ ਲਈ ਵੀ ਅਸੀਂ ਨਿੰਦਾ ਕਰਦੇ ਹਾਂ ਕਿ ਇਹੋ ਜਿਹੀਆਂ ਮਾਵਾਂ ਇੱਕ ਵੱਖਰਾ ਗਲਤ ਐਗਜ਼ਾਮਪਲ ਸਮਾਜ ਅੱਗੇ ਸੈੱਟ ਕਰ ਰਹੀਆਂ ਨੇ, ਜਿਸ ਨੂੰ ਸਖਤੀ ਨਾਲ ਉਹਦਾ ਵੀ ਵਿਰੋਧ ਕਰਨਾ ਬਣਦਾ ਹੈ। ਜੀ ਇੱਕ ਹੋਰ ਵੱਖਰੀ ਕਿਸਮ ਦੀਆਂ ਔਰਤਾਂ ਦਾ ਵੀ ਅੱਜ ਜ਼ਿਕਰ ਕਰਨ ਦਾ ਗੱਲ ਮੇਰਾ ਖਿਆਲ ਹੈ ਕਰਨੀ ਚਾਹੀਦੀ ਹੈ। ਕਾਰਨ ਇਹ ਕਿ ਇਹ ਔਰਤਾਂ ਨੇ ਜੋ ਰਾਜ ਪਾਟ ਸੰਭਾਲਦੀਆਂ ਨੇ, ਹੂੰ ਜਿਨ੍ਹਾਂ ਕੋਲ ਕੁਝ ਅਹੁਦੇ ਹੁੰਦੇ ਨੇ, ਜਿਨ੍ਹਾਂ ਜੀ 'ਚ ਭਾਵੇਂ ਉਹ IAS ਆਫਿਸਰਸ ਹੋ ਜਾਣ ਹੂੰ ਜਾਂ ਜਿਨ੍ਹਾਂ ਵਿੱਚ ਉਹ ਉੱਚ ਪਦਵੀਆਂ ਤੇ ਹੋਣ, ਭਾਵੇਂ ਉਹ ਮਿਨਿਸਟਰ ਰੈਂਕ ਹੋਣ ਜਾਂ ਪ੍ਰਾਈਮ ਮਿਨਿਸਟਰ ਤੱਕ ਹੋਣ ਜਾਂ ਪ੍ਰੈਜ਼ੀਡੈਂਟ ਤੱਕ ਹੋਣ, ਉਹਨਾਂ ਅਹੁਦਿਆਂ ਤੇ ਜਦੋਂ ਔਰਤ ਪਹੁੰਚਦੀ ਹੈ, ਜੀ ਮਨੋਵਿਗਿਆਨੀਆਂ ਦੇ ਅਨੁਸਾਰ ਉਹ ਉਮੀਦ ਜੋ ਆਮ ਔਰਤ ਸਮਝਦੀ ਹੈ ਕਿ ਮੇਰੇ ਹੱਕ ਦੀ ਗੱਲ ਹੁਣ ਹੋਣ ਲੱਗੇਗੀ। ਇੱਕ ਔਰਤ ਉਸ ਉੱਚੇ ਅਹੁਦੇ ਤੇ ਪਹੁੰਚੀ ਹੈ ਤਾਂ ਮੇਰੇ ਨਾਲ ਜੋ ਵਧੀਕੀਆਂ ਹੋਈਆਂ, ਸ਼ਾਇਦ ਉਹਨਾਂ ਲਈ ਇਹ ਔਰਤ ਢਾਲ ਬਣ ਕੇ ਆਵੇ ਤੇ ਮੈਨੂੰ ਇਹਦੇ ਵੱਲੋਂ ਕੋਈ ਬੜੀ ਸੁਖਾਲੀ ਜਿਹੀ ਖਬਰ ਆਏਗੀ। ਜੀ ਪਰ ਮਨੋਵਿਗਿਆਨੀ ਦੱਸਦੇ ਨੇ ਕਿ ਜਦੋਂ ਔਰਤ ਉਹ ਰੁਤਬਾ ਲੈਂਦੀ ਹੈ, ਹਾਸਲ ਕਰਦੀ ਹੈ, ਉਸ ਕੁਰਸੀ ਤੇ ਬੈਠਦੀ ਹੈ, ਉਹ ਮਰਦ ਵਾਲਾ ਇੱਕ ਤਰੀਕੇ ਦਾ ਚੋਲਾ ਪਹਿਨ ਲੈਂਦੀ ਹੈ। ਮੈਂ ਇਹ ਖੋਜਾਂ ਦੇ ਉੱਤੇ ਆਧਾਰਿਤ ਗੱਲ ਕਰ ਰਹੀ ਹਾਂ, ਮਨੋਵਿਗਿਆਨਿਕ ਖੋਜਾਂ ਦੀ, ਜੀ ਕਿ ਉਹ ਫਿਰ ਉਸੇ ਤਰ੍ਹਾਂ ਦਾ ਬਿਹੇਵੀਅਰ ਕਰਨਾ ਸ਼ੁਰੂ ਕਰਦੀ ਹੈ ਕਿ ਮੈਂ ਕਿਸ ਤਰੀਕੇ ਮਰਦ ਜ਼ਾਤ ਨੂੰ ਦਬਾ ਸਕਾਂ ਜਾਂ ਉਸੇ ਤਰ੍ਹਾਂ ਆਪਣੇ ਆਪ ਨੂੰ ਮਰਦ ਜ਼ਾਤ ਦੇ ਇਸੇ ਪੱਧਰ ਦੇ ਜੋ ਮੇਰੇ ਨਾਲ ਦੇ ਆਫਿਸਰਸ ਨੇ ਉਹਨਾਂ ਨੂੰ ਇਹ ਦਿਖਾ ਸਕਾਂ ਕਿ ਮੈਂ ਵੀ ਤੁਹਾਡੇ ਤੋਂ ਘੱਟ ਨਹੀਂ। ਸੋ ਰਾਦਰ ਦੈਨ ਕਿ ਇੱਕ ਪੋਜ਼ਿਟਿਵ ਐਟੀਟਿਊਡ ਟੁਵਰਡਸ ਅਸੀਂ ਉਸ ਸਮਾਜ ਦੇ ਲੈ ਕੇ ਚੱਲੀਏ ਕਿ ਤੂੰ ਜਿਹੜਾ ਕੋਈ ਪੀਸਿਆ ਜਾ ਰਿਹਾ, ਨਪੀੜਿਆ ਜਾ ਰਿਹਾ, ਉਹਦੇ ਹੱਕ ਵਿੱਚ ਗੱਲ ਕਰੇ, ਜੀ ਉਹ ਸਗੋਂ ਆਪਣੀ ਕੰਪੈਰੀਜ਼ਨ ਕਰਦਿਆਂ ਆਪਣੀ ਨਾਲ ਦੇ ਮਰਦ ਜ਼ਾਤ ਨੂੰ ਤੇ ਔਰਤ ਜ਼ਾਤ ਨੂੰ ਵੀ ਬਿਲਕੁਲ ਉਸੇ ਹੀ ਤਰ੍ਹਾਂ ਖਦੇੜਦੀ ਹੈ, ਪੱਦੀ ਸ਼ਬਦਾਵਲੀ ਵੀ ਵਰਤਦੀ ਹੈ ਤੇ ਉਹ ਆਪਣੇ ਆਪ ਨੂੰ ਉੱਚਾ ਸਾਬਤ ਦੇ ਕਰਨ ਵਿੱਚ ਕਿਸੇ ਹੀ ਪਾਸਿਓਂ ਘੱਟ ਨਹੀਂ ਰਹਿੰਦੀ, ਭਾਵੇਂ ਉਹ ਸਮੋਕਿੰਗ ਹੋਵੇ, ਭਾਵੇਂ ਐਲਕੋਹਲ ਕੰਜ਼ੰਪਸ਼ਨ ਹੋਵੇ, ਭਾਵੇਂ ਡਰੱਗ ਯੂਸੇਜ ਹੋਵੇ, ਭਾਵੇਂ ਲੇਟ ਨਾਈਟ ਪਾਰਟੀਜ਼ ਹੋਣ। ਦੇਖੋ, ਮੈਂ ਸਪਸ਼ਟ ਕਰਦਿਆਂ, ਮੈਂ ਕਿਸੇ ਦੀ ਆਜ਼ਾਦੀ ਦੇ ਉੱਤੇ ਰੋਕ ਨਹੀਂ ਲਾ ਰਹੀ। ਹਰ ਇੱਕ ਜਣਾ ਆਜ਼ਾਦ ਹੈ ਕਿ ਉਹਨੇ ਕਿਸ ਤਰੀਕੇ ਆਪਣੀ ਜ਼ਿੰਦਗੀ ਜੀਣੀ ਹੈ। ਬਿਲਕੁਲ ਅਸੀਂ ਆਜ਼ਾਦ ਮੁਲਕ 'ਚ ਹਾਂ,
ਜਿਸ ਤਰੀਕੇ ਦੀ ਉਹਦੀ ਆਪਣੀ ਨਿੱਜੀ ਜ਼ਿੰਦਗੀ ਹੈ ਜਿਵੇਂ ਮਰਜ਼ੀ ਰੱਖੇ, ਪਰ ਉਹਦਾ ਕਿਸ ਤਰੀਕੇ ਇਹ ਵੀ ਨਹੀਂ ਕਿ ਸਾਰੇ ਦੇ ਸਾਰੇ ਲੋਕ ਇਸੇ ਤਰ੍ਹਾਂ, ਹਰ ਔਰਤ ਇਸੇ ਤਰ੍ਹਾਂ ਹੋ ਜਾਂਦੀ ਹੈ। ਮੈਂ ਸਿਰਫ ਗੱਲ ਕੀਤੀ ਕਿ ਬਹੁ ਗਿਣਤੀ ਇਸ ਤਰੀਕੇ ਦੀਆਂ ਨਿਕਲਦੀਆਂ ਨੇ, ਜੋ ਖਬਰਾਂ ਵੀ ਸਾਹਮਣੇ ਨਿਕਲਦੀਆਂ ਨੇ, ਜਿਨ੍ਹਾਂ 'ਚ ਇੱਕ ਹੁਣ ਰੀਸੈਂਟ ਹੀ ਅਸੀਂ IAS ਆਫਿਸਰ ਪੂਜਾ ਦਾ ਨਾਂ ਆਪਾਂ ਪੜ੍ਹ ਵੀ ਰਹੇ ਹਾਂ। ਇਸ ਤਰੀਕੇ ਵੱਡੀ ਗਿਣਤੀ ਵਿੱਚ ਨੋਟ ਕੇ ਉਹਨੇ ਜੋ ਕਰਪਸ਼ਨ ਦੇ ਨਾਲ ਜਿਸ ਤਰੀਕੇ ਦੀ ਉਹਨੇ ਸ਼ੁਰੂ ਕੀਤੀ ਹੋਈ ਸੀ, ਉਹਦੇ ਨੋਟ ਗਿਣਨ ਲਈ ਮਸ਼ੀਨਾਂ ਤੱਕ ਮੰਗਾ ਲਈਆਂ ਗਈਆਂ, ਹੁਣ ਪੂਰੀਆਂ ਹੀ ਨਹੀਂ ਹੋਈਆਂ 2 ਦਿਨ, ਇੰਨੇ ਨੋਟ ਲੱਭੇ। ਇਹ ਕੋਈ ਇੱਕਾ ਦੁੱਕਾ ਗੱਲ ਨਹੀਂ, ਇੱਕ ਰਿਟਾਇਰਡ ਸੀਨੀਅਰ, ਬਹੁਤ ਸੀਨੀਅਰ ਆਫਿਸਰ, IAS ਆਫਿਸਰ ਹੀ ਨੇ, ਜਿਨ੍ਹਾਂ ਨੇ ਬਾਕਾਇਦਾ YouTube ਦੇ ਉੱਤੇ ਵੀ ਇਹ ਆਪਣਾ ਪ੍ਰੋਗਰਾਮ ਉਹਨਾਂ ਦਾ ਪਿਆ, ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਇਹ IAS ਆਫਿਸਰ, ਕਿਉਂਕਿ ਉਹ ਆਪਣੇ ਉਸ ਵੇਲੇ ਦੀ ਗੱਲ ਕਰਦੇ ਨੇ, ਪੁਰਾਣੇ ਸਮੇਂ ਦੀ, ਜੀ ਕਿ ਕਿਵੇਂ ਡਲਹੌਜ਼ੀ ਦੇ ਵਿੱਚ ਸਰਕਾਰੀ ਪੈਸੇ ਦੀ ਮਿਸਯੂਜ਼ ਦੇ ਨਾਲ ਕਿਵੇਂ ਉਹ ਪੂਰੇ ਟੱਬਰ ਉਹਨਾਂ ਦੇ ਉੱਥੇ ਹੁੰਦੇ ਸਨ, ਕਿਵੇਂ ਉਹ ਆਲੀਸ਼ਾਨ ਉੱਥੇ ਹੋਟਲਾਂ ਦੇ ਵਿੱਚ ਅਯਾਸ਼ੀ ਕਰਦੇ ਸਨ। ਇਹ ਸ਼ਬਦ ਉਹਨਾਂ ਦੇ ਹੀ ਵਰਤੇ ਨੇ ਤੇ ਉਹਨਾਂ ਦੀ YouTube ਤੇ ਦੇਖੀ ਜਾ ਸਕਦੀ ਹੈ। ਮੈਂ ਕੋਈ ਪਰਸਨਲ ਕਿਸੇ ਤੇ ਕਮੈਂਟ ਨਹੀਂ ਪਾ ਰਹੀ ਕਿ ਸਾਰੇ ਦੇ ਸਾਰੇ ਇੰਜ ਨੇ। ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਸ ਦਾ ਵੀ ਦਾਅ ਲੱਗਦਾ ਹੈ ਉਹ ਛੱਡਦਾ ਨਹੀਂ। ਹਾਲਾਂਕਿ ਦੂਜੇ ਪਾਸੇ ਜੇ ਗੱਲ ਕਰੀਏ, ਸਾਡੇ ਕੋਲ ਹਨ ਬਹੁਤ ਵਿਜ਼ਨਰੀ IAS ਵੀ ਹਨ ਆਫਿਸਰ, ਜਿਨ੍ਹਾਂ ਨੇ ਕਮਾਲ ਦੇ ਯਾਨੀ ਉਸ ਮਾਹੌਲ ਸਿਰਜਿਆ ਜਿਸ ਤਰੀਕੇ ਦੀ ਉਹਨਾਂ ਨੇ, ਕਿਸੇ ਨੇ ਸਾਹਿਤਕ ਸਿਰਜਿਆ, ਕਿਸੇ ਨੇ ਕੁਝ ਕੰਸਟਰਕਸ਼ਨਸ ਇਹੋ ਜਿਹੀਆਂ ਕਰ ਦਿੱਤੀਆਂ, ਕਿਸੇ ਨੇ ਬਾਗ ਬਗੀਚਿਆਂ ਵੱਲ ਧਿਆਨ ਕੀਤਾ, ਕਿਸੇ ਨੇ ਕੁਦਰਤ ਨੂੰ ਸੰਜੋਣ ਦਾ ਧਿਆਨ ਕੀਤਾ। ਇਹੋ ਜਿਹੀਆਂ ਵੀ ਸਾਡੇ ਕੋਲ ਮਾਰਵਲਸ ਐਗਜ਼ਾਮਪਲਸ ਨੇ। ਪਰ ਦੂਜੇ ਪਾਸੇ ਜੋ ਇਹ ਆਪਾਂ ਕਿਉਂਕਿ ਗੱਲ ਕਰ ਰਹੇ ਹਾਂ ਕਿਵੇਂ ਔਰਤਾਂ ਦੇ ਵਿੱਚ ਵੀ ਵਿਗਾੜ ਪੈਂਦਾ, ਕਿ ਉਹਨਾਂ ਨੇ ਕਿਹਾ ਕਿ ਇੱਥੇ ਮਾਰ ਧਾੜ ਮਚੀ ਸੀ, ਉਦੋਂ ਪਤਾ ਵੀ ਸੀ ਕਿ ਉਸ ਥਾਂ ਤੇ ਸਟੇਟ ਵਿੱਚ ਅੰਦਰ ਝਗੜੇ ਵੀ ਕਈ ਥਾਈਂ ਚੱਲ ਰਹੇ ਨੇ, ਫਿਰ ਵੀ ਡਲਹੌਜ਼ੀ ਤੋਂ ਵੱਡੇ ਸਾਹਿਬ ਆਏ ਨਹੀਂ ਕਿ ਸਾਡਾ ਅਜੇ 2-3 ਦਿਨ ਦਾ ਹੋਰ ਹੈ, ਮੈਂ ਅਜੇ ਇਹ ਫਲਾਣੀ ਗੇਮ ਵੀ ਅਜੇ ਮੈਂ ਖੇਡਣੀ ਹੈ, ਸੋ ਅਜੇ ਨਹੀਂ ਆਣਾ, ਲੜ ਫਿੜ ਲੈਣ ਦਿਓ, ਮਰ ਲੈਣ ਦਿਓ, ਆ ਕੇ ਅਸੀਂ ਕਮੇਟੀ ਬਿਠਾ ਕੇ ਇਨਕੁਆਇਰੀ ਕਰਾ ਲਵਾਂਗੇ। ਇਸ ਤਰ੍ਹਾਂ ਦੀ ਯਾਨੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਨਾਮ ਲਏ ਨੇ ਉਹਨਾਂ ਨੇ, ਮੈਂ ਨਾਮ ਨਹੀਂ ਲਏ, ਤੇ ਉਸ ਸਮੇਂ ਦੇ ਕੀ ਹੋ ਰਿਹਾ ਸੀ। ਤੇ ਉਹਨਾਂ ਵਿੱਚ ਅੱਜ ਦੇ ਦਿਨ ਵੀ ਸਾਡੇ ਕੁਝ ਵੀਰਾਂ ਨੇ ਜੋ DC ਦੇ ਥੱਲੇ ਕੰਮ ਕਰਦੇ ਨੇ, ਉਹਨਾਂ ਨੇ ਬਕਾਇਦਾ ਚਿੱਠੀ ਲਿਖ ਕੇ ਕਿਹਾ ਕਿ ਪਤਾ ਕਰਾਓ ਸਰਕਾਰੀ ਗੱਡੀਆਂ ਦੀ ਕਿਵੇਂ ਮਿਸਯੂਜ਼ ਹੈ DC ਕਰਦੇ ਨੇ, ਕਿਸ ਤਰੀਕੇ ਆਪਣੇ ਬੱਚਿਆਂ ਨੂੰ ਛੱਡਣ ਜਾਣਾ ਹੈ, ਮੇਮ ਸਾਹਿਬ ਨੂੰ ਛੱਡਣ ਜਾਣਾ ਹੈ, ਜਾਂ ਮੇਮ ਸਾਹਿਬ ਨੇ ਆਪਣੀ ਸ਼ਾਪਿੰਗ ਕਰਨੀ ਹੈ, ਤੇ ਫਿਰ ਉਹ ਕਿਸ ਤਰੀਕੇ ਜੋ ਕਿ ਸਰਕਾਰੀ ਉਹਨਾਂ ਨੂੰ ਅਰਦਲੀ ਦਿੱਤੇ ਨੇ, ਕਿਵੇਂ ਉਹਨਾਂ ਦਾ ਮਿਸਯੂਜ਼ ਹੁੰਦਾ ਹੈ, ਕਿਵੇਂ ਉਹਨਾਂ ਦਾ ਨਿਰਾਦਰ ਕਰਦੇ ਨੇ। ਉਹ ਸਾਰੀਆਂ ਚੀਜ਼ਾਂ ਬਾਰੇ ਵੀ ਬਹੁਤ ਖਬਰਾਂ ਨਿਕਲਦੀਆਂ ਰਹੀਆਂ, ਪਰ ਉਹਨਾਂ ਵਿੱਚ ਔਰਤਾਂ ਦਾ ਯੋਗਦਾਨ ਜੋ ਅਸੀਂ ਸੋਚਿਆ ਸੀ ਠੀਕ ਹੋਣਾ ਚਾਹੀਦਾ, ਖਿਮਾ ਕਰਿਓ, ਕੁਰਸੀ ਧਾਰੀਆਂ ਇਹੋ ਜਿਹੀਆਂ ਕੁਝ ਔਰਤਾਂ ਨੇ ਤਾਂ ਹੱਦ ਹੀ ਲਾ ਛੱਡੀ ਕਿ ਉਹ ਆਪਣੇ ਆਪ ਨੂੰ ਮਰਦ ਦੇ ਬਰਾਬਰ ਦਿਖਾਉਣ ਦੇ ਚੱਕਰ ਵਿੱਚ ਜੋ ਕਰਪਸ਼ਨ ਦਾ ਇਸ ਕਦਰ ਉਹ ਸਾਹਮਣੇ ਆ ਰਿਹਾ ਜੇ, ਇੱਕ ਨਹੀਂ ਕਈ ਥਾਈਂ, ਜਿਨ੍ਹਾਂ ਨੇ ਕੁਝ ਤਾਂ ਮਿਨਿਸਟਰਾਂ ਦੇ ਨਾਲ ਰਲ ਕੇ, ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਹਿੰਦਿਆਂ ਕਿ ਕੁਝ ਔਰਤਾਂ ਆਪਣੀ ਸੀਨੀਅਰਿਟੀ ਲੈਣ ਤੱਕ ਲਈ ਵੀ ਹਮ ਬਿਸਤਰ ਹੋਣ ਨੂੰ ਤਿਆਰ ਹੋ ਜਾਂਦੀਆਂ ਨੇ। ਉਹ ਵੀ ਯਾਨੀ ਆਤੀ ਹੈ ਕਿ ਅਸੀਂ ਕੋਈ ਹੱਦ ਪੰਨਾ ਛੱਡਿਆ ਹੀ ਨਹੀਂ ਕਿ ਉਸ ਔਰਤ ਜ਼ਾਤ ਅਖਵਾਉਂਦਿਆਂ ਜੋ ਇੱਜ਼ਤ ਅਸੀਂ ਗਵਾਈਏ, ਮੈਨੂੰ ਲੱਗਦਾ ਬਹੁਤ ਸਾਰੀ ਥਾਈਂ ਅਸੀਂ ਆਪ ਹੀ ਗਵਾ ਛੱਡੀਏ। ਸਰੀਰਕ ਨੁਮਾਇਸ਼ ਕਰਨੀ ਜਾਂ ਇਹ ਮੰਤਰੀਆਂ ਦੇ ਨੇੜੇ ਹੋਣ ਲਈ ਜੋ ਢੰਗ ਤਰੀਕੇ ਗਲਤ ਅਪਣਾਉਣੇ, ਇਹ ਸਾਰਾ ਕੁਝ ਵੀ ਇੱਕ ਬਦਨੁਮਾ ਦਾਗ ਬਣ ਕੇ ਔਰਤ ਦੇ ਉੱਤੇ ਆਉਂਦਾ ਜੇ, ਜਿੱਥੇ ਅਸੀਂ ਸਿਰਫ ਤੇ ਸਿਰਫ ਮਰਦ ਜ਼ਾਤ ਉੱਤੇ ਨਹੀਂ ਇਹ ਉਂਗਲ ਚੁੱਕ ਸਕਦੇ ਕਿ ਸਿਰਫ ਸਾਡੇ ਪਿਓ ਹੀ ਖਰਾਬ ਨੇ, ਸਿਰਫ ਸਾਡੀਆਂ ਮਾਵਾਂ ਹੀ ਖਰਾਬ ਨੇ, ਸਿਰਫ ਸਾਡੀਆਂ ਧੀਆਂ ਹੀ ਖਰਾਬ ਨੇ। ਚੁਫੇਰਿਓਂ ਮੈਨੂੰ ਲੱਗਦਾ ਹੈ ਹਰ ਇੱਕ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਪਰ ਫਿਰ ਵੀ ਜਦੋਂ ਜ਼ੁਲਮ ਅੱਤਦਾ ਹੋਏ, ਜਿੱਥੇ ਨਿੱਕੀਆਂ ਬਾਲੜੀਆਂ ਜ਼ਲੀਲ ਹੋ ਰਹੀਆਂ ਹੋਣ, ਜਿੱਥੇ ਉਹਨਾਂ ਦੇ ਬਲਾਤਕਾਰ ਹੋ ਰਹੇ ਹੋਣ, ਉਹ ਵੀ ਸਮੂਹਕ, ਤੇ ਕਤਲ ਹੁੰਦੇ ਹੋਣ ਧਾਰਮਿਕ ਥਾਵਾਂ ਉੱਤੇ ਵੀ, ਜਾਂ ਸਕੂਲਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਬਾਜ਼ਾਰਾਂ ਦੇ ਵਿੱਚ, ਕਿਤੇ ਵੀ ਜਦੋਂ ਧੀਆਂ ਸੁਰੱਖਿਅਤ ਨਾ ਹੋਣ, ਉਦੋਂ ਜ਼ਰੂਰ ਸਵਾਲ ਉੱਠਦਾ ਜੇ ਕਿ ਇਸ ਸਮਾਜ ਵਿੱਚ
ਜੋ ਜੰਮੇ ਗਏ ਨੇ ਪੁੱਤਰ ਜੋ ਇਸ ਤਰੀਕੇ ਦਾ ਜ਼ੁਲਮ ਕਰਦੇ ਨੇ, ਉਹ ਮਾਂ ਦੀ ਕੁੱਖੋਂ ਹੀ ਜੰਮੇ ਸਨ ਕਿ ਜੀ। ਅੱਜ ਦੇ ਦਿਨ ਹੈਵਾਨ ਜੰਮਣ ਲੱਗ ਪਏ ਨੇ? ਜਾਂ ਹੂੰ। ਕਿਤੇ ਅਸੀਂ ਕੋਤਾਹੀ ਕਰ ਰਹੇ ਹਾਂ, ਉਹਨਾਂ ਨੂੰ ਸਮਝਾ ਨਹੀਂ ਸਕ ਰਹੇ, ਜਾਂ ਸਾਡੇ ਸਕੂਲ ਜਾਂ ਯੂਨੀਵਰਸਿਟੀਜ਼ ਸਿਰਫ ਕਮਾਉਣ ਦਾ ਜ਼ਰੀਆ ਜਾਂ ਢੰਗ ਹੀ ਬਣਾ ਕੇ ਉਹਨਾਂ ਨੂੰ ਖੜਾ ਕਰਦੇ ਨੇ, ਇਸ ਤਰੀਕੇ ਰੁਤਬਾ ਹਾਸਲ ਕਰਨਾ ਹੈ, ਇੰਜ ਕਮਾਈ ਕਰਨੀ ਜੇ, ਕਿ ਅਸੀਂ ਉਹਨਾਂ ਨੂੰ ਸਦਾਚਾਰਕ ਸਿੱਖਿਆ ਤੋਂ ਮਨਫੀ ਕਰ ਦਿੱਤਾ, ਕਿ ਉਹਨਾਂ ਨੂੰ ਰਤਾ ਵੀ ਇੱਕ ਵਾਰ ਵੀ ਦਿਲ ਨਹੀਂ ਕਰਦਾ ਆਵਾਜ਼ ਚੁੱਕਣ ਤੇ ਕਿ ਮੇਰਾ ਪਿਤਾ ਅੱਜ ਮਾਂ ਦੇ ਉੱਤੇ ਹੱਥ ਚੁੱਕ ਰਿਹਾ ਏ, ਉਹਨੂੰ ਮਾਰ ਰਿਹਾ ਏ, ਤਾਂ ਮੈਂ ਇੱਕ ਵਾਰ ਪਿਤਾ ਦਾ ਹੱਥ ਰੋਕਾਂ, ਭਈ ਇਹ ਮੇਰੀ ਮਾਂ ਏ, ਇਸ ਹੂੰ। ਤੇ ਜ਼ੁਲਮ ਨਹੀਂ ਕਰਨਾ। ਹੂੰ। ਤੁਸੀਂ ਹੂੰ। ਮੂੰਹ ਨਾਲ ਆਰਾਮ ਨਾਲ ਵੀ ਗੱਲ ਕਰ ਸਕਦੇ ਹੋ, ਮਾਰ ਕੁਟਾਈ ਕਿਉਂ ਕਰਨੀ? ਬਿਲਕੁਲ ਇੰਝ ਹੀ ਸੜਕ ਦੇ ਉੱਤੇ ਜੇ ਕੋਈ ਸੀਟੀਆਂ ਮਾਰ ਕੇ ਲੰਘ ਰਿਹਾ ਹੈ ਤਾਂ ਬਾਕੀ ਦੇ ਮੁੰਡੇ ਚੁੱਪ ਕਿਉਂ ਹੁੰਦੇ ਨੇ? ਉਹ ਜੀ। ਪੁੱਤਰ ਕਿਉਂ ਨਹੀਂ ਖੜੇ ਹੁੰਦੇ ਕਿ ਖਬਰਦਾਰ, ਇਹ ਵੀ ਕਿਸੇ ਦੀ ਧੀ ਏ? ਇਸ ਤਰੀਕੇ ਦੀ ਜੋ ਤੁਸੀਂ ਕਰ ਰਹੇ ਹੋ ਇਹ ਵਿਹਾਰ ਠੀਕ ਨਹੀਂ, ਤੇ ਸਾਡੇ ਹੁੰਦਿਆਂ ਖਬਰਦਾਰ ਜੇ ਇੰਝ ਕੀਤਾ ਤਾਂ ਇਹ ਜੋ ਕੁਝ ਫੀਸਦੀ ਲੋਕ ਜਿਨ੍ਹਾਂ ਤੇ ਉਂਗਲਾਂ ਚੁੱਕੀਆਂ ਜਾਂਦੀਆਂ ਨੇ, ਜੋ ਵਿਦੇਸ਼ਾਂ ਵਿੱਚ ਵੀ ਉੱਥੋਂ ਦੇ ਹੀ ਵਸਦੇ, ਜੋ ਬਹੁਤ ਸਾਲਾਂ ਤੋਂ ਵਸਦੇ ਨੇ, ਕਹਿੰਦੇ ਨੇ ਕਿ ਜੋ ਨਵੇਂ ਕਦੇ ਆਉਂਦੇ ਨੇ ਸਟੂਡੈਂਟਸ, ਉਹਨਾਂ ਵਿੱਚੋਂ ਕੁਝ ਜੋ ਇਸ ਤਰ੍ਹਾਂ ਟੋਲੀਆਂ ਬਣਾ ਕੇ ਸੜਕਾਂ ਦੇ ਕਿਨਾਰੇ ਉੱਥੋਂ ਦੀਆਂ ਧੀਆਂ ਭੈਣਾਂ ਨੂੰ ਵੀ ਕਈ ਵਾਰ ਛੇੜਦੇ ਵੇਖੇ ਗਏ। ਉਹ ਜੇ ਥੋੜ੍ਹੀ ਗਿਣਤੀ ਨੂੰ ਅਸੀਂ ਬਾਕੀ ਜਣੇ ਖੜ ਕੇ ਬਾਈਕਾਟ ਕਰ ਦਈਏ ਕਿ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ, ਇਹ ਚੀਜ਼ਾਂ ਰੁਕ ਜਾਣਗੀਆਂ। ਯਾਨੀ ਜੀ। ਕਹਿਣ ਦਾ ਭਾਵ ਅੱਜ ਦੇ ਪੂਰੇ ਪ੍ਰੋਗਰਾਮ ਦਾ ਇਹੋ ਸੀ ਕਿ ਸਾਨੂੰ ਚੁੱਪੀ ਤੋੜਨੀ ਚਾਹੀਦੀ ਹੈ ਹਰ ਚੰਗੇ ਲੋਕ ਨੂੰ, ਭਾਵੇਂ ਉਹ ਔਰਤ ਹੈ ਜਾਂ ਮਰਦ ਹੈ, ਵੀ ਚੁੱਪੀ ਤੋੜੋ, ਤੇ ਜੇ ਗਲਤ ਆਸ-ਪਾਸ ਹੁੰਦਾ ਦਿਸਦਾ ਜੇ ਆਵਾਜ਼ ਚੁੱਕਣੀ ਸਿੱਖੀਏ। ਜੀ। ਇਹੀ ਤਬਦੀਲੀ ਅਸੀਂ ਪੰਜਾਬੀ ਬੜੀ ਖੂਬਸੂਰਤੀ ਨਾਲ ਲਿਆ ਸਕਦੇ ਹਾਂ, ਹਮੇਸ਼ਾ ਤੋਂ ਲਿਆਂਦੇ ਰਹੇ ਹਾਂ, ਕਿਉਂਕਿ ਅਸੀਂ ਹੱਕਾਂ ਦੀ ਲੜਾਈ ਲੜਦੇ ਰਹੇ ਹਾਂ, ਭਾਵੇਂ ਉਹ ਹੂੰ। ਆਪਣੇ ਹੋਣ ਭਾਵੇਂ ਬੇਗਾਨਿਆਂ ਦੇ ਹੋਣ। 30 ਵਾਰ ਦੇਣ ਦਾ ਜਿਸ ਕੌਮ ਵਿੱਚ ਇਤਿਹਾਸ ਹੋਵੇ ਕਿ ਇਹ ਇੰਨਾ ਵੀ ਔਖਾ ਨਹੀਂ, ਅਸੀਂ ਸਾਰੇ ਜਣੇ ਘੱਟੋ ਘੱਟ ਇਸ ਤਰੀਕੇ ਦੀ ਜ਼ੁਲਮ ਜਿੱਥੇ ਹੋ ਰਹੇ ਹੋਣ ਉਹਦੇ ਵਿਰੁੱਧ ਆਵਾਜ਼ ਚੁੱਕੀਏ। ਤੇ ਫਿਰ ਜੇ ਨਸ਼ਾ ਉਹਦਾ ਆਧਾਰ ਹੋਵੇ, ਮੈਨੂੰ ਲੱਗਦਾ ਹੈ ਕਿ ਪੰਜਾਬੀ ਬਹੁਤ ਵਧੀਆ ਤਰੀਕੇ ਹੁਣ ਜਾਗੇ ਨੇ, ਤਾਂ ਇਹ ਨਸ਼ੇ ਦੇ ਵਪਾਰੀਆਂ ਨੂੰ ਤਾਂ ਸੱਚਮੁੱਚ ਟਿਕਣ ਨਹੀਂ ਦੇਣਾ ਚਾਹੀਦਾ ਪੰਜਾਬ ਦੇ ਅੰਦਰ, ਤਾਂ ਕਿ ਸਾਡੀਆਂ ਮਾਵਾਂ ਭੈਣਾਂ ਧੀਆਂ ਸੁਰੱਖਿਅਤ ਹੋਣ। ਪਰ ਇਹ ਨਸ਼ੇ ਦੇ ਵਪਾਰੀ ਜਿਨ੍ਹਾਂ ਦੇ ਹਲੇ ਵੀ ਬਹੁਤ ਡੂੰਘੇ ਸਾਨੂੰ ਦਿਸ ਰਹੇ ਨੇ, ਉਹਨਾਂ ਦੀਆਂ ਜੜ੍ਹਾਂ ਜਿਸ ਤਰੀਕੇ ਉਹ ਜੁੜੇ ਪਏ ਨੇ ਉੱਪਰਲੀ ਪੱਧਰ ਤੱਕ, ਇਹਨਾਂ ਲਈ ਜ਼ਰੂਰ ਜਿਵੇਂ ਮੀਡੀਆ ਬਹੁਤ ਖੂਬਸੂਰਤ ਰੋਲ ਅਦਾ ਕਰ ਰਿਹਾ ਹੈ, ਜੀ। ਮੇਰਾ ਖਿਆਲ ਹੈ ਕਿ ਇਹਦੇ ਪ੍ਰਤੀ ਸਾਨੂੰ ਹੋਰ ਵੀ ਬਹੁਤ ਕੁਝ ਕਰਨ ਦੀ ਅਜੇ ਜ਼ਰੂਰਤ ਹੈ। ਜੀ ਬਿਲਕੁਲ ਮੈਮ, ਜਿਸ ਤਰੀਕੇ ਦੇ ਨਾਲ ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਮਾਂ ਨੂੰ ਹੈਗਾ ਜਿਹੜਾ ਛੰਨੀ ਕੀਤਾ ਜਾਂਦਾ, ਕਿਸ ਤਰੀਕੇ ਦੇ ਨਾਲ ਮਾਂ ਨੂੰ ਸਮਾਜ ਦੇ ਸਾਹਮਣੇ, ਜਿਵੇਂ ਤੁਸੀਂ ਹਰਿਆਣੇ ਦੀ ਐਗਜ਼ਾਮਪਲ ਦਿੱਤੀ ਕਿ ਸਿਰਫ ਰੋਟੀ ਦੇ ਲਈ ਆਪਣੇ ਬੱਚੇ ਨੂੰ ਖਵਾਉਣਾ ਚਾਹੁੰਦੀ ਸੀ, ਉਸ ਦੇ ਲਈ ਉਸ ਨੂੰ ਨੰਗਾ ਕਰ ਦਿੱਤਾ ਗਿਆ। ਤਾਂ ਬਹੁਤ ਜ਼ਿਆਦਾ ਸ਼ਰਮਨਾਕ ਅਜਿਹੀਆਂ ਘਟਨਾਵਾਂ ਨੇ ਜਿਸ ਦੇ ਨਾਲ ਸਭ ਦਾ ਸਿਰ ਝੁਕ ਜਾਂਦਾ। ਪਰ ਮਾਂ ਦਾ ਰੁਤਬਾ ਜਿਹੜਾ ਉਹ ਸਭ ਤੋਂ ਉੱਚਾ ਹੁੰਦਾ, ਕਿਉਂਕਿ ਬੱਚੇ ਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਣਾ, ਫਿਰ ਉਸ ਨੂੰ ਜਨਮ ਦੇਣਾ, ਉਹ ਪੀੜਾ ਸਹਿਣੀਆਂ ਕੋਈ ਸੌਖੀ ਗੱਲ ਨਹੀਂ ਹੁੰਦੀ, ਬਹੁਤ ਔਖੀ ਗੱਲ ਹੁੰਦੀ ਆ। ਇਹ ਗੱਲਾਂ ਕਹਿਣ ਨੂੰ ਲੋਕ ਕਹਿ ਦਿੰਦੇ ਨੇ ਵੀ ਹਾਂ ਸੌਖੀ ਗੱਲ ਨਹੀਂ ਹੁੰਦੀ, ਪਰ ਮੈਨੂੰ ਲੱਗਦਾ ਕਿ ਕੁੜੀਆਂ ਔਰਤਾਂ ਇਸ ਗੱਲ ਨੂੰ ਬਹੁਤ ਭਲੀ ਭਾਂਤ ਜਾਣਦੀਆਂ ਨੇ ਕਿ ਜਦੋਂ ਮੈਨੂੰ ਲੱਗਦਾ ਵੀ ਇੱਕ ਕੁੜੀ ਹੈ ਜਿਹੜੀ ਜਦੋਂ ਇੱਕ ਮਾਂ ਬਣਦੀ ਹੈ ਤਾਂ ਉਦੋਂ ਉਸ ਚੀਜ਼ ਦਾ ਵੱਧ ਅਹਿਸਾਸ ਹੁੰਦਾ ਹੈ ਕਿ ਆਖਿਰਕਾਰ ਮਾਂ ਬਣਨਾ ਕੀ ਹੁੰਦਾ। ਕਿਉਂ ਸਾਡੀ ਮਾਂ ਅਕਸਰ ਸਾਨੂੰ ਕਹਿੰਦੀ ਹੈ ਕਿ ਜਦੋਂ ਤੁਸੀਂ ਮਾਂ ਬਣੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕੀ ਮੁਸ਼ਕਿਲਾਂ ਹੁੰਦੀਆਂ ਨੇ, ਕਿਹੜੇ ਦੌਰ ਹੁੰਦੇ ਨੇ। ਤਾਂ ਇੱਥੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਕਿ ਬਤੌਰ ਡਾਕਟਰ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਪ੍ਰੈਗਨੈਂਸੀ ਦੇ ਦੌਰਾਨ ਇੱਕ ਮਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ? ਜੀ ਬਹੁਤ ਮੈਂ ਤੁਹਾਨੂੰ ਪਿਆਰੀ ਜਿਹੀ ਇੱਕ ਖੋਜ ਦੱਸਣਾ ਚਾਹੁੰਦੀ ਹਾਂ। ਆਮ ਤੌਰ ਤੇ ਖੋਜਾਂ ਜਦੋਂ ਹੁੰਦੀਆਂ ਨੇ ਚੰਗੀਆਂ ਮਾੜੀਆਂ ਬਹੁਤ ਚੀਜ਼ਾਂ ਉਹਦੇ ਚੋਂ ਨਿਕਲਦੀਆਂ ਨੇ। ਜੀ। ਪ੍ਰੈਗਨੈਂਸੀ ਦੌਰਾਨ ਜੋ ਵਾਪਰਦਾ ਜੇ ਉਹਦੀ ਇੱਕ ਨਵੀਂ ਕਿਸਮ ਦੀ ਖੋਜ ਸਾਹਮਣੇ ਆਈ ਹੈ ਜਿਸ ਨੇ ਦੁਨੀਆ ਭਰ ਵਿੱਚ ਇਲਾਜ ਕਰਨ ਦਾ ਢੰਗ ਹੀ ਬਦਲ ਦਿੱਤਾ ਹੈ। ਲਾ ਇਲਾਜ ਬਿਮਾਰੀਆਂ ਨੂੰ ਜੇ ਕਿਸ ਤਰੀਕੇ ਅਸੀਂ ਪੂਰੀ ਤਰ੍ਹਾਂ ਠੀਕ ਕਰ ਦੇਣਾ ਉਸ ਸੰਬੰਧੀ ਖੋਜਾਂ ਸ਼ੁਰੂ ਹੋਈਆਂ। ਕਾਰਨ ਪਤਾ ਜੀ ਕੀ? ਜੀ। ਕਾਰਨ ਇਹ ਲੱਭਿਆ ਕਿ ਮਾਂ ਦੇ ਸਰੀਰ ਅੰਦਰ ਕੁਝ ਸੈੱਲ ਲੱਭੇ ਜੀ। ਜਿਹੜੇ ਯਾਨੀ ਖੋਜ ਤਾਂ ਕਿਸੇ ਹੋਰ ਸੰਬੰਧੀ ਸੀ, ਪਰ ਉਹ ਲੱਭੇ ਇਸ ਤਰੀਕੇ ਕਿ ਉਹਦੇ ਕੁੱਖ ਵਿੱਚ ਜੋ ਬੱਚਾ ਪਲਿਆ ਸੀ, ਯਾਨੀ ਉਹਦੇ ਪੁੱਤਰ ਦੇ ਨਾਲ ਉਹ
ਸੈੱਲ ਮੇਚ ਖਾਂਦੇ ਸਨ, ਤੇ ਫਿਰ ਇਹ ਲੰਬੀ ਖੋਜ ਤੋਂ ਬਾਅਦ ਪਤਾ ਲੱਗਿਆ ਕਿ ਉਹ ਸੈੱਲ, ਸਾਨੂੰ ਤਾਂ ਅਜੇ ਤੱਕ ਇਹੋ ਸੀ ਕਿ ਜਦੋਂ ਬੱਚਾ ਜੰਮ ਪੈਂਦਾ ਹੈ ਤਾਂ ਉਹ ਜਿੰਨੇ ਵੀ ਮਾਂ ਵੱਲੋਂ ਹੀ ਖੁਰਾਕ ਸਾਰੀ ਜਾਣੀ ਹੈ, ਤੇ ਜਿਹੜੇ ਥੋੜੇ ਬਹੁਤ ਸੈੱਲ ਬੱਚੇ ਵੱਲੋਂ ਮਾਂ ਵੱਲ ਚਲੇ ਜਾਂਦੇ ਨੇ ਉਹ ਖਤਮ ਹੋ ਜਾਂਦੇ ਨੇ। ਹੂੰ ਪਰ ਕਮਾਲ ਇਹ ਦੇਖੋ ਕਿ ਉਹ ਖਤਮ ਨਹੀਂ ਹੁੰਦੇ। ਉਹ ਉਹਦੇ ਦਿਮਾਗ ਵਿੱਚ, ਜਿਗਰ ਵਿੱਚ, ਉਹਦੇ ਗੁਰਦੇ ਵਿੱਚ, ਉਹਦੇ ਦਿਲ ਵਿੱਚ, ਅੰਤੜੀਆਂ ਵਿੱਚ, ਹੱਡੀਆਂ ਤੱਕ ਵਿੱਚ ਉਹ ਸੈੱਲ ਕਿਤੇ ਨਾ ਕਿਤੇ ਸਾਇਲੈਂਟ ਪਏ ਹੁੰਦੇ ਨੇ। ਤੇ ਜੀ ਪਤਾ ਜੇ ਉਹ ਸੈੱਲ ਕੀ ਕਰਦੇ ਨੇ? ਹੂੰ ਮਾਂ ਨੂੰ ਜਦੋਂ ਉਹ ਗਰਭ ਦੇ ਵਿੱਚ ਬੱਚਾ ਪਲਦਾ ਜੇ, ਦੇਖਣ ਵਿੱਚ ਆਇਆ ਕਿ ਸੀਰੀਅਸ ਬਿਮਾਰੀਆਂ ਵੀ ਮਾਂ ਝੱਲ ਜਾਂਦੀ ਹੈ, ਭਾਵੇਂ ਉਹ ਕੈਂਸਰ ਤੋਂ ਲੈ ਕੇ ਬਹੁਤ ਐਡਵਾਂਸਡ ਹਾਰਟ ਡਿਜ਼ੀਜ਼ ਜਾਂ ਕੁਝ ਵੀ ਹੋਏ। ਜੇ ਮਾਂ ਬੱਚੇ ਨੂੰ ਪਾਲਦੀ ਹੈ ਤਾਂ ਕੁਦਰਤ ਨੇ ਕਮਾਲ ਦੇਖੋ ਕਿ ਉਹ ਬੱਚੇ ਦੇ ਸੈੱਲ ਵਾਪਸ ਆ ਕੇ ਉਹ ਰਿਪੇਅਰ ਦਾ ਕੰਮ ਕਰਦੇ ਨੇ ਮਾਂ ਦੇ ਜਿਸਮ ਦੇ ਅੰਦਰ, ਹੂੰ ਕਿ ਉਹ ਬਿਮਾਰੀ ਜਿਹੜੀ ਸੀਰੀਅਸ ਹੈ ਘਟ ਜਾਂਦੀ ਹੈ, ਤੇ ਮਾਂ ਉਹ ਸਮਾਂ ਸੌਖਿਆਂ ਲੰਘਾ ਸਕਦੀ ਹੈ। ਪਰ ਉੱਥੇ ਤੱਕ ਬਸ ਨਹੀਂ ਹੁੰਦੀ। ਜੀ ਜਿਹੜੇ ਪੁੱਤਰ ਦੇ ਸੈੱਲ ਨੇ ਜੀ ਉਹ ਲਗਭਗ 10 ਤੋਂ 15 ਸਾਲ ਮਾਂ ਦੇ ਸਰੀਰ 'ਚ ਰਹਿੰਦੇ ਨੇ, ਤੇ ਧੀ ਦੇ ਸੈੱਲ 25 ਸਾਲ ਤੱਕ ਲੱਭੇ ਜਾ ਚੁੱਕੇ ਨੇ ਇਸੇ ਤਰੀਕੇ ਮਾਵਾਂ ਦੇ। ਤੇ ਕਮਾਲ ਇਹ ਦੇਖੋ ਕਿ ਜਿਹੜਾ ਬੱਚਾ ਅਬੋਰਟ ਹੋ ਜਾਏ, ਯਾਨੀ ਜੰਮਿਆ ਵੀ ਨਹੀਂ, ਢਿੱਡ ਅੰਦਰ ਹੀ ਮਰ ਗਿਆ, ਉਹਦੇ ਸੈੱਲ ਵੀ ਇਸੇ ਹੀ ਤਰ੍ਹਾਂ ਇੰਨੇ ਹੀ ਸਾਲ ਰਹਿੰਦੇ ਨੇ। ਯਾਨੀ ਜਿਸ ਭੁੱਖ ਵਿੱਚ ਪਲ ਰਹੀ ਧੀ ਨੂੰ ਅਸੀਂ ਕਤਲ ਕਰ ਦਿੰਦੇ ਹਾਂ, ਤੂੰ ਨਹੀਂ ਸਾਨੂੰ ਚਾਹੀਦੀ, ਉਹ ਮਾਂ ਦੇ ਸਰੀਰ ਅੰਦਰ ਮਹੀਨ ਸੈੱਲਾਂ ਰਾਹੀਂ ਉਸ ਨੂੰ ਸਾਂਭਦੀ ਰਹਿੰਦੀ ਹੈ ਅੱਗੋਂ 25 ਸਾਲਾਂ ਤੱਕ। ਭਾਵੇਂ ਉਹ ਆਪ ਜਨਮ ਨਹੀਂ ਲੈ ਸਕੀ, ਪਰ ਹੂੰ ਉਹਦੇ ਸੈੱਲ ਪਏ ਨੇ, ਮੌਜੂਦ ਹੈ। ਤੇ ਇਹੀ ਕਾਰਨ ਹੈ ਅਖੀਰ 'ਚ, ਜਦੋਂ ਅਸੀਂ ਸਦੀਆਂ ਤੋਂ ਕਹਿੰਦੇ ਆਏ ਹਾਂ ਕਿ ਮਾਂ ਦੀਆਂ ਆਂਦਰਾਂ ਤੜਫਦੀਆਂ ਨੇ ਆਪਣੇ ਬੱਚਿਆਂ ਲਈ, ਤੇ ਉਹ ਕਾਰਨ ਦਰਅਸਲ ਸਾਨੂੰ ਹੁਣ ਲੱਭਿਆ ਜਾ ਕੇ ਇੰਨੇ ਸਾਲਾਂ ਬਾਅਦ, ਇੰਨੇ ਸਦੀਆਂ ਬਾਅਦ, ਕਿ ਭਈ ਉਹ ਅਸਲ ਸੈੱਲ ਨੇ ਜਿਉਂਦੇ ਜਾਗਦੇ ਜੋ ਉਹਦੇ ਅੰਦਰ ਪਏ ਨੇ, ਆਪਣੇ ਹੀ ਬੱਚਿਆਂ ਦੀ ਨਿਸ਼ਾਨੀ ਜੋ ਉਹ ਸਮੇਟ ਕੇ ਆਪਣੇ ਨਾਲ ਹੀ ਲੈ ਜਾਂਦੀ ਹੈ ਜਦੋਂ ਉਹ ਇਹ ਦੁਨੀਆ ਛੱਡ ਕੇ ਜਾਂਦੀ ਹੈ। ਪਰ ਹੂੰ ਇੱਕ ਗੱਲ ਜ਼ਰੂਰ ਇਹਦੇ ਵਿੱਚੋਂ ਅਹਿਮ ਨਿਕਲਦੀ ਹੈ ਜੀ ਕਿ ਜੇ ਇਹ ਸਾਂਝਾ ਰਿਸ਼ਤਾ ਸੀ ਜੋ ਕਿ ਮਾਂ ਦੇ ਢਿੱਡ ਅੰਦਰ ਪਨਪਿਆ, ਕਿ ਉਹਨੇ ਮਾਂ ਨੇ ਵੀ ਪੁੱਤਰ ਜਾਂ ਧੀ ਸੰਭਾਲੀ ਤੇ ਉਹਦੇ ਸੈੱਲਾਂ ਨੇ ਵੀ ਵਾਪਸ ਸੰਭਾਲੀ, ਦਾ ਮਤਲਬ ਹੈ ਕੁਦਰਤ ਨੇ ਇਸ ਰਿਸ਼ਤੇ ਵਿੱਚ ਬਹੁਤ ਕੁਝ ਵੱਖ ਕੱਢ ਕੇ ਰੱਖਿਆ, ਹੂੰ ਜਿਹਦੇ ਮਾਂ ਦੇ ਢਿੱਡ ਅੰਦਰੋਂ ਉਸ ਬੋਲੀ ਦੀ ਨੀਂਹ ਵੀ ਧਰੀ ਜਾਂਦੀ ਹੈ, ਜਿਸ ਨੂੰ ਮਾਂ ਬੋਲੀ ਕਿਹਾ ਜਾਂਦਾ ਜੇ, ਕਿਉਂਕਿ ਸਿਰਫ ਤੇ ਸਿਰਫ ਮਾਂ ਨੂੰ ਇਹ ਹੱਕ ਇਖਤਿਆਰ ਰੱਬ ਨੇ ਦਿੱਤਾ ਹੈ ਕਿ ਉਹਦੇ ਅੰਦਰੋਂ ਫੇਫੜਿਆਂ ਵੱਲੋਂ ਵੀ ਤੇ ਬਾਹਰੋਂ ਵੀ ਸਭ ਤੋਂ ਨੇੜੇ ਦੀ ਆਵਾਜ਼ ਜੋ ਉਹਦੇ ਕੁੱਖ ਅੰਦਰ ਪਲ ਰਹੇ ਬੱਚੇ ਨੂੰ ਪਹੁੰਚਦੀ ਹੈ, ਉਹ ਮਾਂ ਦੀ ਪਹੁੰਚਦੀ ਹੈ। ਇਸ ਲਈ ਉਸ ਬੋਲੀ ਦੀਆਂ ਬਰੀਕੀਆਂ ਉਹਨੂੰ ਮਾਂ ਦੇ ਢਿੱਡ ਅੰਦਰੋਂ ਹੀ ਮਿਲ ਜਾਂਦੀਆਂ ਨੇ, ਤੇ ਜੀ ਉਸੇ ਕਾਰਨ ਉਹਦਾ ਦਿਮਾਗ ਦਾ ਵਿਕਾਸ ਜੋ ਮਾਂ ਦੇ ਅੰਦਰ ਪਿਆ ਜੇ ਬੱਚਾ ਉਹਦਾ ਸ਼ੁਰੂ ਹੋ ਜਾਂਦਾ ਹੈ। ਉਹਦੀਆਂ ਤਰੰਗਾਂ ਪਹੁੰਚਦੀਆਂ ਨੇ, ਉਹਦੇ ਸੈੱਲ ਵੱਧਦੇ ਨੇ, ਉਹਦੇ ਜੋੜ ਵੱਧਦੇ ਨੇ, ਉਹ ਸਾਰਾ ਕੁਝ, ਯਾਨੀ ਮਾਨਸਿਕ ਤੇ ਸਰੀਰਕ ਵਿਕਾਸ ਮਾਂ ਦੇ ਵੱਲੋਂ ਇੱਕ ਪਿਆਰ ਭਰਿਆ ਹੁੰਗਾਰਾ ਜਿਸ ਤਰੀਕੇ ਦੇ ਸਕਦਾ ਹੈ, ਜੋ ਟੈਸਟਾਂ ਰਾਹੀਂ ਸਾਨੂੰ ਪਤਾ ਲੱਗ ਚੁੱਕਿਆ ਹੈ, ਉਹ ਇੰਨਾ ਪਿਆਰਾ ਹੁੰਗਾਰਾ ਹੁੰਦਾ ਹੈ। ਜੀ ਮੈਨੂੰ ਲੱਗਦਾ ਹੈ ਕਿ ਨਵਜੀਤ ਜੀ ਤੁਸੀਂ ਤੇ ਆਪ ਸਿਆਹ ਇਹ ਸਭ ਵੇਖਿਆ ਹੈ ਕਿ ਜੇ ਅਸੀਂ ਪਿਆਰ ਨਾਲ ਬੱਚੇ ਨੂੰ ਪੁਚਕਾਰ ਦਈਏ, ਓਏ ਜੀ ਗੁਗਲੂ ਗੁਗਲੂ ਚੋਨੂੰ ਮਨ ਕੀ ਕਰਦਾ ਸੀ, ਤੇ ਮੇਰਾ ਖਿਆਲ ਹੈ ਤੁਹਾਨੂੰ ਚੇਤੇ ਹੋਏਗਾ, ਮੈਨੂੰ ਤੇ ਚੰਗੀ ਤਰ੍ਹਾਂ ਚੇਤੇ ਹੈ ਕਿ ਉਹ ਢਿੱਡ ਦੇ ਅੰਦਰੋਂ ਹੀ ਹੌਲੀ ਜਿਹੀ ਕਿੱਕ ਮਿਲਦੀ ਸੀ ਇਸ ਸਵਾਲ ਦੇ ਜਵਾਬ ਵਜੋਂ ਕਿ ਹਾਂ ਮਾਂ ਮੈਂ ਸੁਣ ਲਿਆ ਤੂੰ ਜੋ ਵੀ ਹੂੰ ਕਿਹਾ। ਸੋ ਜੀ ਉਹ ਜੋ ਪਿਆਰ ਤੇ ਨਿੱਘ ਇੱਕ ਮਾਂ ਮਹਿਸੂਸ ਕਰ ਸਕਦੀ ਹੈ, ਉਹ ਪਿਓ ਸ਼ਾਇਦ ਨਹੀਂ ਮਹਿਸੂਸ ਕਰ ਸਕਦਾ, ਉਸ ਤੋਂ ਮਹਿਰੂਮ ਹੈ। ਪਰ ਫਿਰ ਵੀ ਪਿਓ ਦਾ ਰੋਲ ਇੱਕ ਵੱਖ ਜੇ, ਜਦੋਂ ਅਗਲੀ ਵਾਰ ਦੇ ਪ੍ਰੋਗਰਾਮ ਵਿੱਚ ਉਹ ਵੀ ਸਾਂਝਾ ਕਰਾਂਗੇ ਜ਼ਰੂਰ, ਕਿ ਜੋ ਪਿਤਾ ਗੱਲਾਂ ਕਰਦਾ ਜੇ, ਜਿਸ ਤਰੀਕੇ ਦੀਆਂ ਗੱਲਾਂ ਕਰਦਾ ਜੇ ਮਾਂ ਦੇ ਢਿੱਡ ਦੇ ਨੇੜੇ ਮੂੰਹ ਕਰਕੇ, ਉਹ ਵੀ ਕਮਾਲ ਦਾ ਅਸਰ ਵਿਖਾਉਂਦੀਆਂ ਨੇ। ਇਸੇ ਲਈ ਅੱਜ ਕੱਲ ਛੁੱਟੀ ਕਹਿੰਦੇ ਨੇ ਕਿ ਪੈਟਰਨਲ ਲੀਵ 15 ਦਿਨਾਂ ਦੀ ਜੰਮਣ ਤੋਂ ਬਾਅਦ ਜ਼ਰੂਰ ਮਿਲਣੀ ਚਾਹੀਦੀ ਹੈ, ਕਿਉਂਕਿ ਜਦੋਂ ਉਹੀ ਗੱਲਾਂ ਸਾਂਝੀਆਂ ਕਰਦਾ ਹੈ ਪਿਤਾ, ਬੱਚਾ ਪਛਾਣਦਾ ਵੀ ਜੇ, ਉਹਨੂੰ ਹੂੰ ਟੋਹਦਾ ਵੀ ਜੇ ਨਿੱਕੇ ਨਿੱਕੇ ਹੱਥਾਂ ਨਾਲ, ਤੇ ਫਿਰ ਉਹ ਜਿਹੜੀ ਨਿੱਕੀ ਜਿਹੀ ਤੁਸੀਂ ਚੁੰਮੀ ਉਹਦੇ ਮੱਥੇ ਤੇ ਜਦੋਂ ਕਰਦੇ ਹੋ, ਉਹ ਵਾਪਸ ਹੁੰਗਾਰਾ ਜਦੋਂ ਮੁਸਕਰਾ ਕੇ ਥੋੜਾ ਜਿਹਾ ਕਰਦਾ ਜੇ, ਉਹ ਜੀ ਖੇੜਾ ਮਹਿਸੂਸ ਕਰਨ ਦਾ ਆਨੰਦ ਹੀ ਵੱਖ ਹੁੰਦਾ ਹੈ।
ਜੀ ਮੈਮ, ਬਿਲਕੁਲ। ਤਾਂ ਇਹ ਸੀ ਮੈਮ ਕਿ ਡਿਊਰਿੰਗ ਪ੍ਰੈਗਨੈਂਸੀ ਤੇ ਕੀ ਬਾਅਦ ਦੇ ਵਿੱਚ ਮਾਂ ਨੂੰ ਕਿਸੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਬਿਲਕੁਲ ਦੇਖੋ, ਕਿਉਂਕਿ ਮਾਂ ਦੇ ਸਰੀਰ ਵਿੱਚੋਂ ਹੀ ਬੱਚੇ ਨੂੰ ਸਭ ਕੁਝ ਪਹੁੰਚਣਾ ਹੁੰਦਾ ਹੈ। ਹੂੰ, ਤਾਂ ਇਹਦਾ ਮਤਲਬ ਇਹ ਹੈ ਕਿ ਮਾਂ ਦੇ ਸਰੀਰ ਵਿੱਚੋਂ ਆਇਰਨ ਵੀ, ਕੈਲਸ਼ੀਅਮ ਵੀ, ਜੋ ਮਾਈਕਰੋ ਨਿਊਟ੍ਰੀਐਂਟਸ ਵੀ, ਬਹੁਤ ਕੁਝ ਸਾਰਾ ਮਾਂ ਦੇ ਜਿਸਮ ਦੇ ਵਿੱਚੋਂ ਹੀ ਉਸ ਬੱਚੇ ਨੇ ਪੈਦਾ ਹੋਣਾ ਹੁੰਦਾ ਹੈ। ਜੀ, ਤਾਂ ਉਦੋਂ ਜੇ ਮਾਂ ਆਪਣੀ ਖੁਰਾਕ ਸਹੀ ਨਾ ਰੱਖੇ ਜੀ, ਤਾਂ ਬਹੁਤ ਸਾਰੀਆਂ ਪ੍ਰੋਬਲਮਸ ਉਹਨੂੰ ਬਾਅਦ ਵਿੱਚ ਵੀ ਆ ਸਕਦੀਆਂ। ਸੋ ਇਸੇ ਲਈ ਉਹ ਸਮਾਂ ਜੇ ਆਪਣੇ ਸਰੀਰ ਨੂੰ ਤਗੜਾ ਕਰਨ ਦਾ, ਕਿਉਂਕਿ ਹੂੰ, ਉਦੋਂ ਬਹੁਤ ਸਾਰੀਆਂ ਮਾਵਾਂ ਨੂੰ ਜੀ ਕੱਚਾ ਹੋਣਾ, ਭੁੱਖ ਨਾ ਲੱਗਣੀ, ਕੁਝ ਸਟ੍ਰੈਸ ਰਹਿਣਾ, ਮੇਰਾ ਬੱਚਾ ਠੀਕ ਵੀ ਹੈ, ਠੀਕ ਹੋ ਸਕੇਗਾ, ਯਾਨੀ ਇੰਨਾ ਕੁਝ ਮਾਂ ਦੇ ਅੰਦਰ ਚੱਲ ਰਿਹਾ ਹੁੰਦਾ ਹੈ, ਜਿਸ ਨੂੰ ਰਿਲੈਕਸ ਕਰਨ ਲਈ ਜੇ ਅਸੀਂ ਐਡਵਾਈਸ ਵੀ ਕਰਦੇ ਹਾਂ ਕਿ ਜੇ ਰੋਜ਼ ਦਾ 15-20 ਮਿੰਟ ਖਿੜਖਿੜਾ ਕੇ ਹੱਸ ਲਿਆ ਜਾਵੇ, ਜੀ, ਤਾਂ ਉਹ ਮਾਂ ਦੇ ਅੰਦਰ ਪਲ ਰਿਹਾ ਬੱਚਾ, ਉਹਦਾ ਜਿੱਥੇ ਇਮਿਊਨਿਟੀ ਵੱਧਦੀ ਹੈ, ਮਾਂ ਦਾ ਵੀ ਸਟ੍ਰੈਸ ਘਟਦਾ ਹੈ, ਉੱਥੇ ਬੱਚਾ ਪ੍ਰੀਮੈਚੁਰ ਨਹੀਂ ਹੋ ਸਕਦਾ, ਮਾਂ ਵੀ ਆਪਣੀ ਸਟਰੋਂਗ ਹੈਲਥ ਨਾਲ ਤੁਰ ਸਕਦੀ ਹੈ। ਉਸੇ ਤਰ੍ਹਾਂ ਬਾਅਦ ਵਿੱਚ ਇਹ ਬੱਚੇ ਘੱਟ ਰੋਂਦੂ, ਘੱਟ ਚਿੜਚਿੜੇ ਹੁੰਦੇ ਨੇ। ਤੋਂ ਬਾਅਦ ਵਿੱਚ ਮਾਂ ਨੂੰ ਵੀ ਛੇਤੀ, ਇੱਕ ਤਾਂ ਜੇ ਇਸ ਤਰੀਕੇ ਦਾ ਮਾਹੌਲ ਹੋਵੇ ਖੁਸ਼ੀ ਦਾ, ਜੰਮਣ ਪੀੜਾਂ ਦੀ ਦਰਦ ਵੀ ਘੱਟ ਹੁੰਦੀ ਹੈ, ਹੂੰ, ਛੇਤੀ ਬਾਅਦ ਵਿੱਚ ਇਨਵੋਲੂਸ਼ਨ ਯੂਟਰਸ ਦੀ ਹੋ ਜਾਂਦੀ ਹੈ, ਬਲੀਡਿੰਗ ਘੱਟ ਹੋਏਗੀ, ਬੱਚਾ ਬ੍ਰੈਸਟ ਫੀਡ ਵੀ ਬੜੀ ਵਧੀਆ ਤਰੀਕੇ ਲੈਂਦਾ ਹੈ, ਸੌਂਦਾ ਵੀ ਪੂਰੇ ਤਰੀਕੇ ਨਾਲ ਹੈ, ਚਿੜਚਿੜਾ ਰੋਂਦੂ ਵੀ ਘੱਟ ਹੁੰਦਾ ਹੈ। ਜੀ, ਸੋ ਇਹ ਬੱਚਿਆਂ ਦੀ ਸ਼ਖਸੀਅਤ ਬਾਅਦ ਵਿੱਚ ਬੜੀ ਵੱਖ ਕਿਸਮ ਦੀ ਬਣਦੀ ਜੇ, ਜਿਹੜੇ ਰੋਂਦੂ ਜਾਂ ਚਿੜਚਿੜੇ ਜਾਂ ਸਟ੍ਰੈਸ ਦੇ ਵਿੱਚੋਂ ਆਏ ਹੋਣ। ਜੀ, ਸੋ ਉਸ ਸ਼ਖਸੀਅਤ ਦੇ ਨਿਖਾਰ ਵਿੱਚ ਵੀ ਮਾਂ ਦਾ ਬਹੁਤ ਅਹਿਮ ਰੋਲ ਹੈ। ਪਰ ਪ੍ਰੈਗਨੈਂਸੀ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਨੇ, ਕਿਉਂਕਿ ਉਦੋਂ ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ ਹੁਣ ਬੈਠੇ ਹੀ ਰਹਿਣਾ ਹੈ। ਦਰਅਸਲ ਉਹ ਸਮਾਂ ਸੀ ਉਦੋਂ ਕਹਿਣ ਦਾ ਕਿ ਤੁਸੀਂ ਬੱਚੇ ਲਈ ਪੂਰਾ ਸਮਾਂ ਦੇ ਸਕੋ, ਉਹਨੂੰ ਦੁੱਧ ਚੁੰਘਾ ਸਕੋ, ਉਹਦਾ ਖਿਆਲ ਰੱਖ ਸਕੋ, ਉਹ ਮਕਸਦ ਸੀ। ਜੀ, ਅੱਜ ਦੇ ਦਿਨ ਬੈਠੇ ਰਹਿਣ ਦਾ ਮਤਲਬ ਹੈ ਸਾਡੇ ਕੋਲ ਸਭ ਕੁਝ ਹੈ, ਰਿਮੋਟ ਹੈ, ਹਰ ਚੀਜ਼ ਸਾਡੇ ਕੋਲ ਹੱਥ 'ਚ ਹੈ, ਮੋਬਾਈਲ ਹੈ। ਸੋ ਅਸੀਂ ਬਿਲਕੁਲ ਹੀ ਹਿੱਲਣਾ ਛੱਡ ਦਿੱਤਾ ਤੇ ਸਾਡੇ ਕੋਲ ਕੰਮਕਾਰ ਕਰਨ ਵਾਲੀਆਂ ਵੀ ਪਹੁੰਚ ਗਈਆਂ ਕਿ ਉਹ ਕਰਨਗੀਆਂ, ਅਸੀਂ ਬੈਠੇ ਹਾਂ। ਹੂੰ, ਨਤੀਜਾ ਅਸੀਂ ਬਹੁਤ ਸਾਰੀਆਂ ਸਾਡੀਆਂ ਮਾਵਾਂ ਓਬੈਸਿਟੀ ਇਸ ਵੇਲੇ ਨਾਲ ਡੀਲ ਕਰ ਰਹੀਆਂ ਨੇ। ਛੇਤੀ ਉਹਨਾਂ ਦੇ ਯਾਨੀ ਜ਼ਿੰਦਗੀ ਦੇ ਅਖੀਰ ਤੱਕ ਛੇਤੀ ਪਹੁੰਚ ਜਾਂਦੀਆਂ ਨੇ, ਆਪਣੀ ਹੈਲਥ ਮੇਨਟੇਨ ਨਹੀਂ ਕਰਦੀਆਂ। ਜੀ, ਉਹ ਚੀਜ਼ ਵੱਲ ਖਾਸ ਧਿਆਨ ਰੱਖਣ ਦੀ ਲੋੜ ਹੈ ਕਿ ਸੈਲਡਸ ਜ਼ਿਆਦਾ ਲਓ, ਘਿਓ ਘੱਟ ਲਓ, ਮਿੱਠਾ ਘੱਟ ਲਓ। ਸਗੋਂ ਜਿਹੜੀ ਪ੍ਰੋਟੀਨ ਦੀ ਲੋੜ ਹੈ ਉਹ ਰੱਜ ਕੇ ਲੈਣੀ ਚਾਹੀਦੀ ਹੈ। ਜੇ ਤੁਸੀਂ ਨਹੀਂ ਨਾਨ ਵੈਜੀਟੇਰੀਅਨ ਖਾਂਦੇ ਤਾਂ ਐਟਲੀਸਟ ਵੈਜੀਟੇਰੀਅਨ, ਕਿਉਂਕਿ ਉਹਨਾਂ ਨੂੰ B12 ਡੈਫੀਸ਼ੀਐਂਸੀ ਕਾਫੀ ਹੋ ਜਾਂਦੀ ਹੈ, ਲਹੂ ਦੀ ਕਮੀ ਹੋ ਸਕਦੀ ਹੈ, ਕਮਜ਼ੋਰੀ ਹੋਣ ਲੱਗ ਜਾਂਦੀ ਹੈ ਨਸਾਂ ਦੀ ਖਾਸ ਤੌਰ ਤੇ। ਸੋ ਕੋਸ਼ਿਸ਼ ਕਰਨ ਕਿ ਉਹ ਜੇ ਐਗ ਲੈ ਸਕਣ ਬਹੁਤ ਵਧੀਆ, ਜੇ ਉਹ ਵੀ ਨਹੀਂ ਲੈਂਦੇ ਤਾਂ ਪਨੀਰ, ਹਰੀਆਂ ਸਬਜ਼ੀਆਂ, ਦਾਲਾਂ, ਖਾਸ ਤੌਰ ਤੇ ਰਾਜਮਾ, ਚਨੇ, ਇਹ ਚੀਜ਼ਾਂ ਲੈਣ ਦੇ ਨਾਲ, ਸੋਇਆਬੀਨ। ਪਰ ਫਿਰ ਨਾਲ B12 ਡੈਫੀਸ਼ੀਐਂਸੀ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਜ਼ਰੂਰ ਲੈਂਦੇ ਰਹਿਣ, ਕਿਉਂਕਿ ਉਹ ਜੀ, ਬਹੁਤਾ ਸਬਜ਼ੀ ਦੇ ਰਾਹੀਂ ਪੂਰਾ ਨਹੀਂ ਕੀਤਾ ਜਾ ਸਕਦਾ। ਤੇ ਇਹਦੇ ਨਾਲੋਂ ਨਾਲ ਖੁਸ਼ ਰਹਿਣ ਦਾ ਜ਼ਰੂਰੀ ਇੱਕ ਹੈ ਕਿ ਤੁਸੀਂ ਲੰਬੀ ਸੈਰ, ਜਿਹੜੀ ਟਹਿਲਣਾ ਨਹੀਂ ਹੈ ਕਿ ਅੱਜ ਅਸੀਂ ਨਨਾਣ ਜਾਂ ਸੱਸ ਨੂੰ ਪੁੱਛ ਲੈਂਦੇ ਹਾਂ, ਉਹ ਨਹੀਂ, ਯਾਨੀ ਰਨਿੰਗ ਕਰੋ, ਜੋਗਿੰਗ ਕਰੋ, ਸਾਈਕਲਿੰਗ ਕਰੋ, ਸਵਿਮਿੰਗ ਕਰੋ। ਮੈਨੂੰ ਇੱਕ ਸਵਾਲ ਆਇਆ ਸੀ ਕਿ ਤੁਸੀਂ ਕਹਿ ਤਾਂ ਦਿੰਦੇ ਹੋ ਕਰਦਾ ਕੌਣ ਹੈ? ਮੇਰਾ ਹੂੰ, ਖਿਆਲ ਹੈ ਤੁਸੀਂ ਅੱਜ ਗਵਾਹ ਬਣੋਗੇ ਕਿ ਮੈਂ ਸਵਿਮਿੰਗ ਕਰਕੇ ਹੀ ਹੁਣ ਆਈ ਸੀ, ਤਾਂ ਹੀ ਥੋੜਾ ਜਿਹਾ ਪ੍ਰੋਗਰਾਮ 'ਚ ਲੇਟ ਹੋ ਗਏ ਕਿ ਵਾਲ ਗਿੱਲੇ ਸਨ। ਜੀ, ਪਰ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵੀ ਉਮਰ ਵਿੱਚ ਤੁਸੀਂ ਕਸਰਤ ਨਹੀਂ ਛੱਡ ਸਕਦੇ, ਇਹ ਕਰਨੀ ਹੀ ਕਰਨੀ ਪੈਣੀ ਹੈ। ਤੇ ਨਾਲ ਖੁਰਾਕ ਜੇ ਸੰਤੁਲਿਤ ਲੈਂਦੇ ਰਹੋਗੇ, ਜਿਸ 'ਚ ਹਰੀਆਂ ਸਬਜ਼ੀਆਂ ਦੀ ਭਰਮਾਰ ਹੋਵੇ ਤੇ ਦਾਲਾਂ ਵੀ ਲਓ, ਤੇ ਨਾਲ ਤੁਸੀਂ ਦੁੱਧ, ਦਹੀਂ, ਐਗ ਜਿਵੇਂ ਤੁਸੀਂ ਲੈਂਦੇ ਹੋ ਤਾਂ ਨਾਲ ਲੈਂਦੇ ਰਹੋ, ਤਾਂ ਜੀ, ਓਮੇਗਾ 3 ਫੈਟੀ ਐਸਿਡਸ ਜਿੱਥੇ ਸਾਡੀ ਦਿਲ ਨੂੰ ਸਿਹਤਮੰਦ ਰੱਖਣਗੇ, ਜੀ, ਉਹਦੇ ਲਈ ਫਿਸ਼ ਜੇ ਤੁਸੀਂ ਖਾ ਸਕਦੇ ਹੋ, ਮੱਛੀ ਤਾਂ ਜ਼ਰੂਰ ਲੈ ਲਿਆ ਕਰੋ, ਹਫ਼ਤੇ ਵਿੱਚ ਭਾਵੇਂ 3 ਦਿਨ ਹੀ ਸਹੀ, ਦਿਲ ਲਈ ਬਿਹਤਰੀਨ ਹੈ, ਜੀ, ਦਿਮਾਗ ਵੀ ਤੰਦਰੁਸਤ ਰੱਖਦੀ ਹੈ। ਜੀ, ਸੋ ਇੰਨੀ ਕੁ ਜੇ ਚੀਜ਼ਾਂ ਦਾ ਵੀ ਖਿਆਲ ਰੱਖ ਲਈਏ ਤਾਂ ਸਾਡਾ ਪ੍ਰੈਗਨੈਂਸੀ ਜਾਂ ਪੋਸਟ ਪ੍ਰੈਗਨੈਂਸੀ ਜਾਂ ਕਿਸੇ ਵੀ ਸਮੇਂ ਦਾ ਅਸੀਂ ਸਿਹਤ ਠੀਕ ਰੱਖਣ ਵਿੱਚ ਵਾਕਈ ਕਾਮਯਾਬ ਹੋਵਾਂਗੇ।
ਇਸੇ ਦੁਆ ਨਾਲ ਅਸੀਂ ਸ਼ੁਰੂ ਵੀ ਕੀਤਾ ਸੀ ਪ੍ਰੋਗਰਾਮ। ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ। ਜੀ ਮੈਮ, ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜੀ, ਮੈਂ ਸੁਨੇਹਾ ਜ਼ਰੂਰ ਇੱਕ ਡੂੰਘਾ ਦੇਣਾ ਚਾਹੁੰਦੀ ਸਾਂ ਕਿ ਅੱਜ ਮਾਂ ਦਿਵਸ ਦੇ ਦਿਨ ਸਿਰਫ ਇੱਕੋ ਹੀ ਅਹਿਦ ਕਰ ਲਈਏ ਕਿ ਜੀ ਮਾਂ ਦਾ, ਆਪਣੀ ਦਾ, ਕਿਸੇ ਹੋਰ ਦਾ ਛੱਡ ਹੀ ਦਿਓ, ਕਿ ਆਪਣੀ ਮਾਂ ਦਾ ਦਿਲ ਨਾ ਦੁਖਾਈਏ। ਇਹੋ ਜਿਹੀ ਜੇ ਅਸੀਂ ਕਿਤੇ ਪ੍ਰਣ ਕਰ ਸਕੀਏ ਕਿ ਜੇ ਅਸੀਂ ਵੀ ਉਸੇ ਹਾਲ ਵਿੱਚ ਜਾਣਾ ਹੈ, ਸਾਨੂੰ ਵੀ ਉਦੋਂ ਨਹੀਂ ਚੰਗਾ ਲੱਗਦਾ ਕਿ ਉਸ ਥਾਂ ਤੇ ਜਾ ਕੇ ਅਸੀਂ ਧੱਕੇ ਜਾਈਏ ਘਰੋਂ ਬਾਹਰ। ਇਸ ਤੋਂ ਵੱਧ ਮਾਂ ਨੇ ਕੁਝ ਨਹੀਂ ਲੈਣਾ ਹੁੰਦਾ, ਉਹਨੇ ਹੂੰ ਉਮਰ ਹੰਢਾ ਲਈ ਹੈ ਤੇ ਖਰੇ ਕਿੰਨੀਆਂ ਹੀ ਅਸੀਸਾਂ, ਕਿੰਨੀਆਂ ਹੀ ਵਾਰਾਂ ਤੁਹਾਡੇ ਲਈ ਕੀਤੀਆਂ, ਪਰ ਉਹ ਜੋ ਰੱਬ ਤੋਂ ਮੰਗਾਂ ਮੰਗੀਆਂ ਸੀ ਉਹ ਤੁਹਾਡੀ ਅਗਾਂਹ ਵਧਣ ਲਈ ਸੀ। ਉਹੀ ਅਖੀਰੀ ਸਮਾਂ ਜੇ ਮਾਂ ਦੇ ਲਈ ਵੀ ਤੁਸੀਂ ਕੁਝ ਦੋ ਸ਼ਬਦ ਪਿਆਰ ਦੇ ਬੋਲਦੇ ਹੋ, ਵਾਕਈ ਉਸ ਸਮੇਂ ਉਹਨੂੰ ਕੁਝ ਵੀ ਨਹੀਂ ਚਾਹੀਦਾ ਹੋਏਗਾ। ਉਹ ਤਾਂ ਹੂੰ ਬੁਲਾਵਾਂ ਲੈਂਦੀ ਏ, ਜੀ ਦੁਆਵਾਂ ਦਿੰਦੀ ਏ, ਮੇਰਾ ਪੁੱਤਰ ਹੋਰ ਵੱਡਾ ਅਫਸਰ ਬਣੇ। ਵਾਪਸੀ ਤੇ ਉਹਨੂੰ ਪੈਸਾ ਨਹੀਂ ਚਾਹੀਦਾ, ਉਹਨੂੰ ਸਿਰਫ ਚਾਹੀਦੇ ਨੇ ਦੋ ਬੋਲ ਪਿਆਰ ਦੇ, ਇੱਕ ਜੱਫੀ ਕੁੱਟ ਕੇ ਪਾਈ ਤੇ ਹੂੰ ਇੱਕ ਮੱਥੇ ਤੇ ਕਦੇ ਉਹਨੂੰ ਵੀ ਚੁੰਮ ਕੇ ਵੇਖਿਓ ਕਿ ਮਾਂ ਕਿਸ ਤਰ੍ਹਾਂ ਵਾਰੀ ਵਾਰੀ ਜਾਂਦੀ ਹੈ ਤੁਹਾਡੇ ਤੇ। ਉਹ ਦੁਆਵਾਂ ਤੁਹਾਡੇ ਤੋਂ ਸੱਚਮੁੱਚ ਕਈ ਵਾਰ ਅਜਿਹੀ ਕਰਾਮਾਤ ਕਰ ਜਾਣਗੀਆਂ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਸੋ ਮਾਂ ਨੂੰ ਉਹਦਾ ਬਣਦਾ ਸਨਮਾਨ ਜ਼ਰੂਰ ਦੇ ਦਿਓ। ਜੀ ਜੀ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਸਲੀਕੇ ਦੇ ਨਾਲ ਤੁਸੀਂ ਪੂਰੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਇਆ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮਾਂ ਦਾ ਰੁਤਬਾ ਹੈ। ਸਾਰੇ ਦਰਸ਼ਕ ਭਲੀ ਭਾਂਤ ਜਾਣਦੇ ਨੇ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਮਾਂ ਸਾਡੀ ਉਹ ਸਾਂਝ ਹੈ ਜਿਸ ਦੇ ਬਿਨਾਂ ਅਸੀਂ ਬਹੁਤ ਅਧੂਰੇ ਹਾਂ। ਜਨਮ ਤੋਂ ਲੈ ਕੇ ਮਰਨ ਤੱਕ ਸਾਡੀ ਮਾਂ ਦੇ ਨਾਲ ਆਪਣੀ ਸਾਂਝ ਹੈ ਜਿਹੜੀ ਜੁੜੀ ਹੁੰਦੀ ਹੈ। ਦੁੱਖ ਸੁੱਖ ਜੋ ਵੀ ਗੱਲਾਂ ਹੁੰਦੀਆਂ ਨੇ ਅਸੀਂ ਮਾਂ ਦੇ ਨਾਲ ਕਰਦੇ ਹਾਂ ਤਾਂ ਬਹੁਤ ਆਨੰਦਮਈ ਮਹਿਸੂਸ ਕਰਦੇ ਹਾਂ। ਜਿਨ੍ਹਾਂ ਦੇ ਆਪਣੇ ਮਾਂ ਦੇ ਨਾਲ ਬੜੇ ਸੁਖਾਵਲੇ ਰਿਲੇਸ਼ਨ ਹੁੰਦੇ ਨੇ, ਸੰਬੰਧ ਹੁੰਦੇ ਨੇ, ਤਾਂ ਬਹੁਤ ਸਾਰੀਆਂ ਮਾਵਾਂ ਐਸੀਆਂ ਨੇ ਜੋ ਵਿਚਾਰੀਆਂ ਪੀੜਾ ਵੀ ਹੰਡਾਉਂਦੀਆਂ ਨੇ, ਕਿਉਂਕਿ ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਆਪਾਂ ਉਹ ਸ਼ਬਦ ਯੂਜ਼ ਕਰਦੇ ਹਾਂ ਕਿ ਧੀਆਂ ਪੁੱਤ ਉਸ ਤਰੀਕੇ ਨਾਲ ਨਹੀਂ ਨਿਕਲਦੇ ਜਿਵੇਂ ਮਾਂ ਉਹਨਾਂ ਦੀ ਪਰਵਰਿਸ਼ ਕਰਦੀ ਹੈ, ਤਾਂ ਉਹ ਮਾਂ ਬਹੁਤ ਦੁਖੀ ਵੀ ਹੁੰਦੀਆਂ ਨੇ। ਤਾਂ ਸ਼ਾਇਦ ਉਹੀ ਇੱਕ ਕਾਰਨ ਹੈ ਜਿਸ ਦੇ ਕਰਕੇ ਅੱਜ ਓਲਡ ਏਜ ਹੋਮ ਖੁੱਲ੍ਹ ਗਏ ਨੇ, ਬਹੁਤ ਸਾਰੀਆਂ ਮਾਵਾਂ ਉੱਥੇ ਨੇ। ਤਾਂ ਕੋਸ਼ਿਸ਼ ਕਰੀਏ ਕਿ ਆਪਣੀਆਂ ਮਾਵਾਂ ਨੂੰ ਉੱਥੇ ਤੱਕ ਨਾ ਪਹੁੰਚਾਈਏ ਜੋ ਸਾਡੀ ਮਾਂ ਨੇ ਸਾਡੇ ਲਈ ਕੀਤਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਜੰਮਿਆ ਪਾਲਿਆ, ਇਸ ਕਦਰ ਇਹਨਾਂ ਰੁਤਬਿਆਂ ਤੇ ਪਹੁੰਚਾਇਆ ਜਿੱਥੇ ਅਸੀਂ ਅੱਜ ਬੈਠੇ ਹੋਏ ਹਾਂ। ਅਸੀਂ ਉਸ ਚੀਜ਼ ਦਾ ਮੁੱਲ ਤਾਂ ਨਹੀਂ ਤਾਰ ਸਕਦੇ, ਪਰ ਆਪਣੀ ਮਾਂ ਨੂੰ ਤਾਂ ਖੁਸ਼ ਰੱਖ ਹੀ ਸਕਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ। ਤਾਂ ਮਿਲਾਂਗੇ ਆਪਾਂ ਅਗਲੇ ਹਫਤੇ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।